रूपतारा कांड पंजवां। 4 महीने सुख सवीली नाल बीत गए। ਇਹ 4 ਮਹੀਨੇ ਉਹਨਾਂ ਦੀ ਜ਼ਿੰਦਗੀ ਵਿੱਚ ਸਭ ਤੋਂ ਪਿਆਰੇ ਤੇ ਮਨ ਦਾ ਚਾਅ ਪੂਰਾ ਕਰਨ ਵਾਲੇ ਸੁਨਹਿਰੀ ਮਹੀਨੇ ਕਹੇ ਜਾ ਸਕਦੇ ਹਨ। ਰੂਪ ਨੇ ਕੇਸਰ ਨੂੰ ਆਪਣੇ ਨਾਲ ਸਾਦਾ ਰਹਿਣਾ ਸਿਖਾ ਦਿੱਤਾ। ਉਹਨਾਂ ਸਾਦਗੀ ਵਿੱਚ ਹੀ ਇਹ ਆਪਣੀ ਕਲਿਆਣ ਸਮਝੀ ਤੇ ਗਹਿਣਿਆਂ ਦਾ ਮੂਲ ਜਿਉਂਦਾ ਤਿਉਂ ਉਹਨਾਂ ਕੋਲ ਕਾਇਮ ਸੀ। ਇਹਨਾਂ ਦਿਨਾਂ ਵਿੱਚ ਰੂਪ ਨੇ ਉਣਾਈ ਅਤੇ ਪੜ੍ਹਾਈ ਵੱਲ ਵਿਹਲੀ ਹੋਣ ਕਾਰਨ ਕਾਫੀ ਧਿਆਨ ਦਿੱਤਾ। ਉਸ ਦਾ ਪ੍ਰਾਈਵੇਟ 10ਵੀਂ ਦਾ ਇਮਤਿਹਾਨ ਦੇਣ ਨੂੰ ਜੀ ਕਰਦਾ ਸੀ। ਹੌਲੀ ਹੌਲੀ ਉਸ ਕੇਸਰ ਦੀ ਸਹਾਇਤਾ ਨਾਲ ਤਿਆਰੀ ਸ਼ੁਰੂ ਕਰ ਦਿੱਤੀ। ਇਹਨਾਂ 5 ਮਹੀਨਿਆਂ ਵਿੱਚ ਉਹ ਨੂਰਪੁਰ ਤੱਕ ਕਈ ਵਾਰ ਮਿਲ ਆਏ, ਪਰ ਸ਼ੇਰਿਆਣੇ ਵੱਲ ਭੁੱਲ ਕੇ ਵੀ ਮੂੰਹ ਨਾ ਕੀਤਾ। ਮਾਲਣ ਉਹਨਾਂ ਦੀ ਹਰ ਤਰ੍ਹਾਂ ਖਬਰਸਾਰ ਲੈਂਦੀ ਰਹੀ ਸੀ। ਇਹਨਾਂ ਦਿਨਾਂ ਵਿੱਚ ਹੀ ਜੈ ਕੌਰ ਹਮੇਸ਼ਾ ਲਈ ਅੱਖਾਂ ਮੀਟ ਗਈ। ਮਰਨ ਤੋਂ 2-4 ਦਿਨ ਪਹਿਲਾਂ ਉਹ ਘਰਦਿਆਂ ਨੂੰ ਅਰਜ਼ੋਈਆਂ ਕੀਤੀਆਂ ਕਿ ਮੈਨੂੰ ਕੇਸਰ ਤੇ ਰੂਪ ਨੂੰ ਮਿਲਾ ਦੇਵੋ, ਪਰ ਉਸਦੀ ਕਿਸੇ ਨਾ ਸੁਣੀ। ਇਹ ਗੱਲਾਂ ਉਹਨਾਂ ਨੂੰ ਇੱਕ ਵਾਰ ਸ਼ਹਿਰ ਆਇਆ ਤਾਰਾ ਦੱਸ ਗਿਆ ਸੀ। ਗੁੱਸੇ ਭਰਿਆ ਕੇਸਰ ਰੂਪ ਦੇ ਆਖਣ ਤੇ ਵੀ ਮਾਂ ਜੀ ਦੇ ਸੋਗ ਵਜੋਂ ਪਿੰਡ ਬੈਠਣ ਨਾ ਗਿਆ। ਜੰਗ ਮੁੱਕਣ ਲਈ ਆਖਰੀ ਸਾਹ ਲੈ ਰਹੀ ਸੀ। ਜਮਾਦਾਰ ਬਣਨ ਲਈ ਕੇਸਰ ਨੂੰ ਕੋਈ ਵਸੀਲਾ ਨਾ ਜੁੜਿਆ, ਸਗੋਂ ਹਵਾਲਦਾਰੀ ਭਰਤੀ ਵੀ ਹੱਥੋਂ ਜਾਂਦੀ ਰਹੀ। ਹੁਣ ਤੇ ਸਗੋਂ ਇਹ ਫਿਕਰ ਹੋ ਰਿਹਾ ਸੀ ਕਿ ਸਿਵਲੀਅਨ ਕਲਰਕੀ ਵੀ ਨਾ ਕਿਤੇ ਖੁੱਸ ਜਾਵੇ। ਅਚਾਨਕ SPCR ਦਾ ਦਫ਼ਤਰ ਫਿਰੋਜ਼ਪੁਰ ਤੋਂ ਬੰਗਲੌਰ ਚਲਿਆ ਗਿਆ। ਹੁਣ ਕੇਸਰ ਲਈ ਜ਼ਰੂਰੀ ਹੋ ਗਿਆ ਕਿ ਬੰਗਲੌਰ ਜਾਵੇ ਜਾਂ ਨੌਕਰੀ ਛੱਡ ਦੇਵੇ। ਦੋਵੇਂ ਜੀ ਘਬਰਾ ਗਏ। ਹੋਰ ਫੌਰੀ ਨੌਕਰੀ ਮਿਲਣ ਦੀ ਆਸ ਨਹੀਂ ਸੀ। ਸਮਾਂ ਨਾ ਬਦਲੇ, ਹਾਲਾਤ ਖਲੋਤੇ ਰਹਿਣ, ਇਹ ਕੁਦਰਤ ਦੇ ਨੇਮ ਮੁਤਾਬਕ ਗਲਤ ਸੀ। ਸਮਾਜੀ ਹਿਲਜੁਲ ਦੇ ਅਸੂਲ ਦੇ ਮੁਤਾਬਕ ਜ਼ਿੰਦਗੀ ਇੱਕ ਥਾਂ ਕਿਵੇਂ ਬੰਨ੍ਹ ਕੇ ਰੱਖੀ ਜਾ ਸਕਦੀ ਏ। ਨੌਕਰੀ ਛੱਡਿਆਂ ਗੁਜ਼ਾਰਾ ਨਹੀਂ ਸੀ। ਅਖੀਰ ਉਹਨਾਂ ਨੂਰਪੁਰ ਮਿਲ ਕੇ ਦੱਖਣ ਨੂੰ ਚਾਲੇ ਪਾ ਦਿੱਤੇ। ਰੂਪ ਦਾ 10ਵੀਂ ਦਾ ਇਮਤਿਹਾਨ ਵੀ ਵਿੱਚੇ ਰਹਿ ਗਿਆ। ਨਵੀਂ ਧਰਤੀ, ਨਵੇਂ ਹੀ ਮਾਹੌਲ ਵਿੱਚ ਉਸ ਜਵਾਨ ਜੋੜੀ ਦੀ ਹੋਸ਼ ਉਖੜ ਜਾਂਦੀ ਸੀ। ਫਿਰੋਜ਼ਪੁਰ ਕੈਂਟ ਦੇ ਇੱਕ ਮਾਮੂਲੀ ਦੋਸਤ ਨਿਰਮਲ ਸਿੰਘ ਜਮਾਦਾਰ ਦੀ ਮਿਹਰਬਾਨੀ ਨਾਲ ਉਹਨਾਂ ਨੂੰ ਮਕਾਨ ਕਬੀਲਦਾਰ ਪੰਜਾਬੀ ਫੌਜੀਆਂ ਵਿੱਚ ਹੀ ਮਿਲ ਗਿਆ। ਕਬੀਲਦਾਰ ਫੌਜੀਆਂ ਵਿੱਚ ਮਕਾਨ ਮਿਲਣ ਨੂੰ ਉਹਨਾਂ ਵਾਹਿਗੁਰੂ ਦੀ ਅਪਾਰ ਕਿਰਪਾ ਸਮਝੀ। ਨਿਰਮਲ ਸਿੰਘ ਦੀ ਵਹੁਟੀ ਭਗਵੰਤ ਨੇ ਰੂਪ ਨੂੰ ਨਵੇਂ ਥਾਂ ਕੋਈ ਔਖ ਨਾ ਮਹਿਸੂਸ ਹੋਣ ਦਿੱਤੀ। ਭੈਣ ਜੀ, ਕਿਸੇ ਚੀਜ਼ ਤੋਂ ਥੋੜੀ ਨਾ ਰਹੀ ਤੇ ਜੀ ਲਾ ਕੇ ਰਹੀ। ਪ੍ਰਦੇਸ਼ 'ਚ ਇਸ ਤਰ੍ਹਾਂ ਹੀ ਮਿਲ ਵਰਤ ਕੇ ਦਿਹਾੜੇ ਪੂਰੇ ਕੀਤੇ ਜਾ ਸਕਦੇ ਐ। ਭਗਵੰਤ ਰੂਪ ਦੀ ਆਸ ਤੋਂ ਕਿਤੇ ਮਿਹਰਬਾਨ ਤੇ ਮਿਲਣਸਾਰ ਸਾਬਤ ਹੋ ਰਹੀ ਸੀ। ਜੇ ਸੱਚ ਪੁੱਛੋ ਭੈਣ ਜੀ, ਤੁਸੀਂ ਸਾਨੂੰ ਰੱਬ ਨਾਲੋਂ ਵੀ ਬਹੁਤ ਆਸਰਾ ਦਿੱਤਾ ਹੈ। ਰੂਪ ਦੀਆਂ ਅੱਖਾਂ ਵਿੱਚ ਧੰਨਵਾਦ ਲਿਸ਼ਕ ਰਿਹਾ ਸੀ। ਉਹਨਾਂ ਨਾਲ ਭਗਵੰਤ ਸਿੰਘ ਅਤੇ ਤੇਜੋ ਨੂੰ ਸਹਿਯੋਗ ਦੀ ਤੱਕੜੀ ਵਿੱਚ ਤੋਲਣ ਲੱਗ ਪਈ। ਨਵੀਆਂ ਵਹੁਟੀਆਂ ਦਾ ਪ੍ਰਦੇਸ਼ ਵਿੱਚ ਹੀ ਨਹੀਂ ਲੱਗਦਾ। ਸੱਜਰੇ ਪੇਕੇ ਛੱਡੇ ਹੁੰਦੇ ਆ ਨਾ, ਤੇ ਪ੍ਰਦੇਸ਼ਾਂ ਦੇ ਧੱਕੇ ਵੱਖਰੇ। ਭਗਵੰਤ ਆਪਣੀਆਂ ਹੱਡ ਬੀਤੀਆਂ ਕਹਿ ਰਹੀ ਸੀ। ਤੇਰਾ ਭੈਣੇ ਸਕੀਆਂ ਭੈਣਾਂ ਵਰਗਾ ਆਸਰਾ ਏ, ਹੁਣ ਆਪੇ ਲੱਗ ਜਾਵੇਗਾ। ਰੂਪ ਨੂੰ ਮਿਲਣ ਪਿੱਛੋਂ ਇਹ ਆਪਣੀ ਤਰ੍ਹਾਂ ਦਾ ਪਹਿਲਾ ਤ੍ਰੀਮਤ ਪਿਆਰ ਮਿਲ ਰਿਹਾ ਸੀ। ਉਸ ਬੜੀ ਛੇਤੀ ਭਗਵੰਤ ਨਾਲ ਸ਼ੇਰਪੁਣਾ ਗੰਢ ਲਿਆ। ਉਹ ਇੱਕ ਤਰ੍ਹਾਂ ਧਰਮ ਭੈਣਾਂ ਬਣ ਗਈਆਂ। ਪਿਛਲੇ ਮਹੀਨੇ ਇਕੱਲੇ ਸ਼ਹਿਰ ਵਿੱਚ ਰਹਿਣ ਦਾ ਤਜਰਬਾ ਇੱਥੇ ਸਹਾਈ ਹੋ ਰਿਹਾ ਸੀ। ਦਿਨਾਂ ਦੇ ਨਿੱਘੀਆਂ ਬੀਤਣ ਦੀ ਹਰ ਰਫ਼ਤਾਰ ਫੜ ਲਈ। ਉਹਨਾਂ ਦੀ ਪ੍ਰਸੰਨਤਾ ਵਿੱਚ ਕੁਦਰਤੀ ਖੁਸ਼ੀ ਨੇ ਇੱਕਦਮ ਐਨੀ ਵੱਡੀ ਛਾਲ ਮਾਰੀ ਕਿ ਉਹ ਦੋਵੇਂ ਪਾਗਲ ਹੋ ਜਾਣ ਦੀ ਹੱਦ ਤੱਕ ਨੱਚ ਉੱਠੇ। ਬਿਜਲਾਈ ਰੂਪ ਰਤੜੇ ਗੁਲਾਬ ਵਾਂਗ ਮੁਸਕਰਾਈ ਜਾ ਰਹੀ ਸੀ। ਉਸ ਨੂੰ ਇਸ ਤਰ੍ਹਾਂ ਖਿੜਖਿੜ ਜਾਂਦੀ ਤੇ ਡੁੱਲ ਪੈਂਦੀ ਵੇਖ ਕੇਸਰ ਪੁੱਛੇ ਬਿਨਾਂ ਨਾ ਰਹਿ ਸਕਿਆ। ਕਿਉਂ ਸਰਦਾਰਨੀ ਰੂਪ ਉਲਰ ਪੈਂਦਾ ਏ? ਰੂਪ ਨੇ ਬੁੱਲ ਦੰਦਾਂ 'ਚ ਫੜ ਲਿਆ, ਜਿਵੇਂ ਫੈਸਲਾ ਕਰ ਰਹੀ ਸੀ ਦੱਸਾਂ ਕਿ ਨਾ। ਉਸਦੀਆਂ ਅੱਖਾਂ ਦੀ ਤੇਜ਼ ਚਮਕ ਕੇਸਰ ਦੇ ਕਮਜ਼ੋਰ ਜ਼ਬਤ ਵਿੱਚ ਸ਼ੇਕ ਕਰੀ ਜਾ ਰਹੀ ਸੀ। ਜੇ ਨਹੀਂ ਦੱਸਣ ਵਾਲੀ ਤਾਂ ਨਾ ਦੱਸ। ਕੇਸਰ ਨੇ ਐਵੇਂ ਹੀ ਮਰੋੜਾ ਮਾਰਿਆ। ਸੁਣੋ, ਕਦੇ ਮੈਂ ਵੀ ਤੁਹਾਡੇ ਵਾਂਗ ਮੂੰਹ ਪਵਾਇਆ ਏ।
ਮੈਂ ਤੇਰੇ ਕੋਲੋਂ ਕਦੇ ਕੁਝ ਲੁਕਾਇਆ ਵੀ ਨਹੀਂ। ਤਾਂ ਮੈਂ ਕਦੇ ਨਹੀਂ ਦੱਸਦੀ। ਰੂਪ ਦੇ ਚਿਹਰੇ ਉੱਤੇ ਗਿਲੇ ਦੀ ਮਿਠਾਸ ਫਿਰ ਗਈ। ਫਿਰ ਹੁਣ ਦੱਸਦੀ ਕਾਹਤੋਂ ਨਹੀਂ? ਇੰਨੀ ਛੇਤੀ ਨਹੀਂ ਦੱਸਣ ਵਾਲੀ। ਰੂਪ ਮੂੰਹ ਖੋਲੀ ਤੇ ਹਾਸਾ ਰੋਕੀ ਕਿਸੇ ਕਲਾਕਾਰ ਦਾ ਸ਼ਾਹਕਾਰ ਬਣੀ ਹੋਈ ਸੀ। ਕੇਸਰ ਨੇ ਉਸਨੂੰ ਬੇਅਖਤਿਆਰ ਗਲਵੱਕੜੀ 'ਚ ਲੈ ਲਿਆ। ਉਹ ਫਿਰ ਬੋਲੀ, ਬਹੁਤ ਹੀ ਪਿਆਰੀ ਗੱਲ ਹੈ, ਸੁਣੋ, ਕੰਨ ਵੀ ਕਰੋ ਨਾ। ਕੇਸਰ ਨੇ ਕੰਨ ਉਸਦੇ ਮੂੰਹ ਨਾਲ ਲਾ ਦਿੱਤਾ ਤੇ ਸੁਣਦਿਆਂ ਸਾਰ ਉਸਨੂੰ ਇੰਨੀ ਖੁਸ਼ੀ ਕੁੱਦ ਆਈ ਕਿ ਉਹ ਛੱਡ ਕੇ ਰੂਪ ਨੂੰ ਗਹੁਣਾ ਵੇਖਣਾ ਸ਼ੁਰੂ ਕਰ ਦਿੱਤਾ। ਰੂਪ ਜ਼ਿੰਦਗੀ ਦੀ ਰੂਪਕਾਰ ਬਣੀ ਲਹਿਰਾਈ ਜਾ ਰਹੀ ਸੀ। ਸਾਰੀ ਰਾਤ ਕੇਸਰ ਗੱਲਾਂ ਕਰਦਾ ਰਿਹਾ। ਉਹ ਆਪਣੇ ਆਪ ਤੇ ਹੈਰਾਨ ਸੀ। ਔਰਤ ਇੰਨੀ ਪਿਆਰੀ ਵੀ ਹੋ ਸਕਦੀ ਹੈ ਤੇ ਕਿ ਸ਼ਕਤੀਆਂ ਸਮੇਟ ਲਵੇ ਤੇ ਕਮਜ਼ੋਰੀਆਂ ਨਸਾਲ ਦੇਵੇ। ਕੇਸਰ ਆਪਣੀ ਸ਼ੱਕ ਨੂੰ ਯਕੀਨ ਬਣਾਇਆ ਦੇਖਣ ਲਈ ਰੂਪ ਨੂੰ ਲੇਡੀ ਡਾਕਟਰ ਦੇ ਲੈ ਗਿਆ। ਸੱਚ ਠੋਸ ਸੱਚ ਸੀ ਜਿਹੜਾ ਦਿਨੋਂ ਦਿਨ ਵਿਕਾਸ ਕਰ ਰਿਹਾ ਸੀ। ਹੁਣ ਉਹਨਾਂ ਦਿਨ ਗਿਣਨੇ ਸ਼ੁਰੂ ਕਰ ਦਿੱਤੇ। ਰੂਪ ਆਉਣ ਵਾਲੇ ਜੀ ਲਈ ਨਿੱਕੇ ਨਿੱਕੇ ਕੱਪੜੇ ਤਿਆਰ ਕਰਨ ਲੱਗ ਪਈ। ਭਗਵੰਤ ਉਸਦੀ ਬਾਂਹ ਸੀ। ਉਹ ਉਸਦੀ ਹਰ ਤਰ੍ਹਾਂ ਖਿਆਲ ਰੱਖ ਰਹੀ ਸੀ। ਰੂਪ ਭਗਵੰਤ ਦੀ ਲੜਕੀ ਸੁਖਮਿੰਦਰ ਨਾਲ ਸਾਰੀ ਦਿਹਾੜੀ ਪਰਚੀ ਰਹਿੰਦੀ। ਸੁੱਖੋ ਨੂੰ ਵੇਖ ਰੂਪ ਨੂੰ ਤਾਰਾ ਯਾਦ ਆ ਜਾਂਦਾ। ਉਹ ਅੱਧੀ ਦਿਹਾੜੀ ਤੋਂ ਬਹੁਤ ਸਮਾਂ ਆਪਣੀ ਮਾਸੀ ਕੋਲ ਗੁਜ਼ਾਰਦੀ। ਜਿਉਂ-ਜਿਉਂ ਦਿਨ ਨੇੜੇ ਆ ਰਹੇ ਸਨ, ਰੂਪ ਦੇ ਅੰਦਰੋਂ ਇੱਕ ਡਰ ਅੰਗੜਾਈ ਲੈ ਉੱਠ ਰਿਹਾ ਸੀ। ਉਸ ਇੱਕ ਦਿਨ ਭਗਵੰਤ ਨੂੰ ਆਖਿਆ, ਭੈਣ ਜੀ, ਮੇਰਾ ਦਿਲ ਨਹੀਂ ਖਲੋਂਦਾ। ਤੂੰ ਕੋਈ ਫਿਕਰ ਨਾ ਕਰੀ, 2 ਦਿਨ ਪਹਿਲਾਂ ਮੈਂ ਤੈਨੂੰ ਹਸਪਤਾਲ ਲੈ ਚੱਲਾਂਗੀ। ਮੈਂ ਤੇਰੇ ਕੋਲ ਹੋਵਾਂਗੀ। ਭਗਵੰਤ ਹਰ ਤਰ੍ਹਾਂ ਰੂਪ ਦਾ ਜੀਵੀ ਲਵਾਈ ਰੱਖਦੀ। ਭਗਵੰਤ ਦੀ ਰਾਏ ਅਨੁਸਾਰ ਰੂਪ ਨੂੰ 2 ਦਿਨ ਪਹਿਲਾਂ ਮੈਟਰਨਿਟੀ ਹਸਪਤਾਲ ਕਮਰਾ ਲੈ ਦਿੱਤਾ। ਭਾਵੇਂ ਰੂਪ ਦੇ ਲਾਗੇ ਭਗਵੰਤ ਬੈਠੀ ਸੀ, ਪਰ ਉਸਨੂੰ ਔਖੇ ਸਮੇਂ ਆਪਣੀ ਬੇਜੀ ਯਾਦ ਆ ਰਹੀ ਸੀ। ਉਸਦੀ ਸਿਆਣਪ ਮੇਰੀ ਪੀੜ ਚੁਗ ਲੈਂਦੀ, ਪਰ ਹੁਣ ਪ੍ਰਦੇਸ਼ ਵਿੱਚ ਭਗਵੰਤ ਹੀ ਬੇਜੀ ਹੀ ਹੈ। ਗਿਣਤੀਆਂ ਮਿਣਦਿਆਂ ਪੀੜਾਂ ਵਾਲੀ ਘੜੀ ਆ ਗਈ। ਰੂਪ ਨੇ ਪਹਿਲਾਂ ਤਾਂ ਜ਼ਬਤ ਤੋਂ ਬਹੁਤ ਕੰਮ ਲਿਆ, ਪਰ ਪੀੜ ਦੀਆਂ ਲਹਿਰਾਂ ਆਖਰ ਤੂਫਾਨ ਬਣ ਗਈਆਂ। ਉਸਦਾ ਮੱਲੋ ਮੱਲੀ ਰੋਣ ਨਿਕਲ ਗਿਆ। ਉਸਦੇ ਅੰਦਰ ਨੂੰ ਪੀੜਾਂ ਦੀ ਛੁਰੀ ਕੋਹੀ ਜਾ ਰਹੀ ਸੀ। ਉਸ ਭਗਵੰਤ ਦੀ ਬਾਂਹ ਹਿਲਾਉਂਦਿਆਂ ਪੁਕਾਰਿਆ, ਉਸਨੂੰ ਬੁਲਾ ਦਿਓ ਇੱਕ ਵਾਰ। ਉਹੀ ਰੱਬ, ਹਾਏ ਨੀ ਬੇਜੀ, ਜੇਰਾ ਕਰ ਰੂਪੀ। ਭਗਵੰਤ ਨੇ ਤਰੇੜੀਏ ਮੱਥੇ ਤੇ ਹੱਥ ਫੇਰਿਆ। ਦਾਈ ਅਤੇ ਨਰਸ ਨੂੰ ਹਾਲੇ ਸਮੇਂ ਦੀ ਇੰਤਜ਼ਾਰ ਸੀ। ਭਗਤੋ, ਮੈਂ ਮਰ ਜਾਊਂਗੀ, ਮੈਨੂੰ ਇਹਨਾਂ ਦਾ ਮੂੰਹ ਵੇਖ ਲੈਣ ਦੇ। ਪੀੜ ਨਾਲ ਕਰਾਉਂਦਿਆਂ ਰੂਪ ਨੇ ਪਾਸਾ ਪਰਤ ਲਿਆ। ਭਗਵੰਤ ਨੇ ਬਾਰ ਖੋਲ ਕੇ ਕੇਸਰ ਨੂੰ ਬੁਲਾਇਆ। ਉਹ ਬਾਹਰ ਖਲੋਤਾ ਉੱਡਿਆ ਪਿਆ ਸੀ। ਕੀ ਗੱਲ ਏ? ਕੋਈ ਗੱਲ ਨਹੀਂ, ਸਭ ਠੀਕ ਹੈ। ਤੁਸੀਂ ਇੱਕ ਵਾਰ ਅੰਦਰ ਆ ਕੇ ਉਸਨੂੰ ਧੀਰਜ ਦੇ ਜਾਵੋ। ਭਗਵੰਤ ਕੇਸਰ ਨੂੰ ਅੰਦਰ ਲੈ ਆਈ। ਅਰੇ ਕਾਹੇ ਕੋ? ਨਰਸ ਮਰਦ ਅੰਦਰ ਆ ਜਾਣ ਕਾਰਨ ਔਖੀ ਹੋ ਗਈ। ਬਸ 1 ਮਿੰਟ। ਭਗਵੰਤ ਨੇ ਹੱਥ ਦੇ ਇਸ਼ਾਰੇ ਨਾਲ ਨਰਸ ਨੂੰ ਠੰਡੀ ਪਾਇਆ। ਰੂਪ, ਕੇਸਰ ਨੇ ਹਮਦਰਦੀ ਨਾਲ ਪੁਕਾਰਿਆ। ਮੈਂ ਨਹੀਂ ਬਚਦੀ ਜੀ। ਓਏ ਰੱਬਾ, ਮੇਰੀ ਸਿਹਤ ਬਿਲਕੁਲ ਠੀਕ ਹੈ। ਤੂੰ ਫਿਕਰ ਨਾ ਕਰ, ਤੇਰੀ ਸਿਹਤ ਬਿਲਕੁਲ ਠੀਕ ਹੈ। ਨਰਸ ਦੇ ਇਸ਼ਾਰੇ ਨਾਲ ਕੇਸਰ ਨੂੰ ਛੇਤੀ ਹੀ ਬਾਹਰ ਜਾਣਾ ਪੈ ਗਿਆ। ਪੀੜਾਂ ਦਾ ਘੋਲ ਜਾਰੀ ਸੀ। ਨਰਸ ਨੇ ਮਰੀਜ਼ ਨੂੰ ਇੱਕ ਇੰਜੈਕਸ਼ਨ ਦੇ ਦਿੱਤਾ। ਪੂਰਾ 1 ਘੰਟਾ ਰੂਪ ਮਰਨ ਕਿਨਾਰੇ ਪੁਕਾਰਦੀ ਰਹੀ। ਫਿਰ ਅਜਿਹੀ ਹਾਲਤ ਆਈ ਕਿ ਦਾਈ ਦੀ ਫੁਰਤੀ ਨੇ ਕ੍ਰਿਸ਼ਮਾ ਕਰ ਵਿਖਾਇਆ। ਰੂਪ ਨੂੰ ਕੁੜੀ ਪੈਦਾ ਹੋਈ ਸੀ। ਦਾਈ ਦੀ ਫੁਰਤੀ ਨੇ ਇਸ ਕ੍ਰਿਸ਼ਮੇ ਨਾਲ ਭਗਵੰਤ ਨੇ ਕੇਸਰ ਨੂੰ ਉਦੋਂ ਹੀ ਬੁਲਾਇਆ। ਉਸ ਰੂਪ ਨੂੰ ਬਹੁਤ ਹੀ ਖੁਸ਼ ਹੋ ਕੇ ਹੌਸਲਾ ਦਿੱਤਾ। ਮੇਰੀ ਖਾਹਿਸ਼ ਸੀ ਕੁੜੀ ਹੋਵੇ, ਰੱਬ ਨੇ ਪੂਰੀ ਕਰ ਦਿੱਤੀ। ਤੂੰ ਨਾ ਕੁਝ ਖਿਆਲ ਕਰੀ। ਕੇਸਰ ਨੇ ਡੂੰਘੀ ਉਦਾਸੀ ਨੂੰ ਅੰਦਰੋਂ ਹੀ ਘੁੱਟ-ਵੱਟ ਲਿਆ ਸੀ। ਬੱਚੀ ਰੋਈ ਜਾ ਰਹੀ ਸੀ। ਰੂਪ ਨੇ ਫਿੱਕੀ ਜਿਹੀ ਮੁਸਕਾਨ ਤੋਂ ਨਹੀਂ ਆਖਿਆ। ਪੀੜ ਭਾਵੇਂ ਹਾਲੇ ਜਾਰੀ ਸੀ, ਪਰ ਅਸਲ ਕਸ਼ਟ ਤੋਂ ਉਹ ਮੁਕਤ ਹੋ ਚੁੱਕੀ ਸੀ। ਦਿਨੋਂ ਤਕੜੀ ਹੁੰਦੀ ਗਈ। 12ਵੇਂ ਦਿਨ ਕੇਸਰ ਤੇ ਭਗਵੰਤ ਉਸਨੂੰ ਘਰ ਲੈ ਆਏ। ਘਰ ਆ ਕੇ ਰੂਪ ਨੇ ਆਪਣੀ ਬੇਜੀ ਨੂੰ ਗੁੱਡੀ ਬਾਰੇ ਖਤ ਲਿਖਿਆ। ਉਸ ਮੋੜਵੇਂ ਪਿਆਰ ਵਿੱਚ ਰੂਪ ਨੂੰ 50 ਰੁਪਏ ਭੇਜ ਦਿੱਤੇ। ਹਸਪਤਾਲ ਦਾ ਬਿੱਲ 125 ਦਾ ਆਇਆ ਸੀ, ਜਿਸ ਨੂੰ ਤਾਰਨ ਵਿੱਚ ਭਗਵੰਤ ਨੇ ਸਹਾਇਤਾ ਦਿੱਤੀ ਸੀ। ਇਸ ਆਰਥਿਕ ਔਕ ਚੋਂ ਲੰਘਣ ਲਈ ਉਹਨਾਂ ਨੇ ਸੋਨੇ ਦੀਆਂ 4 ਕੰਗਣੀਆਂ ਵੇਚ ਦਿੱਤੀਆਂ। ਤਨਖਾਹ ਭਾਵੇਂ 110 ਹੋ ਗਈ ਸੀ, ਪਰ ਉਹਨਾਂ ਨਾਲ ਹੁਣ ਮਹੀਨਾ ਮਸੀਂ ਲੰਘਦਾ ਸੀ। ਬੱਚੀ ਦੇ ਜਨਮ ਨੇ ਉਹਨਾਂ ਨੂੰ ਆਰਥਿਕ ਪਹਿਲੂ ਵੱਲੋਂ ਪਹਿਲੀ ਕਰਾਰੀ ਸੱਟ ਮਾਰੀ। ਉਹ ਸੋਚਣ ਲਈ ਮਜਬੂਰ ਹੋ ਗਏ।
ਮੂਲ ਖਾਧੇ ਜਾਣ ਪਿੱਛੋਂ ਕੀ ਕਰਾਂਗੇ। ਰੂਪ ਨੇ ਆਪਣੀ ਸੌਕੜ ਨੂੰ ਸਲਾਹ ਲਈ ਭਗਵੰਤ ਅੱਗੇ ਰੱਖਿਆ। ਭਗਵੰਤ ਹੁਣ ਉਸ ਦੀ ਹਰ ਤਰ੍ਹਾਂ ਰਾਜਦਾਰ ਤੇ ਦੁੱਖ ਸੁੱਖ ਦੀ ਸਾਥਣ, ਸਹੇਲੀ ਤੇ ਧਰਮ ਭੈਣ ਬਣ ਚੁੱਕੀ ਸੀ। ਭਗਵੰਤ ਨਾਲੋਂ ਚੰਗੀ ਰੂਹ ਉਸ ਨੂੰ ਕੋਈ ਨਹੀਂ ਮਿਲੀ ਸੀ। ਭਗਵੰਤ ਉਸ ਦੀ ਗੁੰਝਲ ਨੂੰ ਕਈ ਦਿਨ ਸੋਚਦੀ ਰਹੀ। ਅਖੀਰ ਦੋਹਾਂ ਦੀ ਸਲਾਹ ਬਣ ਗਈ ਕਿ ਕੱਪੜੇ ਸਿਉਣ ਵਾਲੀ ਮਸ਼ੀਨ ਖਰੀਦ ਲਈ ਜਾਵੇ। ਹਫ਼ਤਾ ਭਰ ਜੱਕੋ ਤੱਕੋ ਕਰਦਿਆਂ ਮਸ਼ੀਨ ਖਰੀਦ ਲਈ ਗਈ। ਐਤਕੀ ਵਾਰ ਵੀ ਭਗਵੰਤ ਨੇ ਉਸ ਨੂੰ 100 ਰੁਪਏ ਦੀ ਮਦਦ ਦੇ ਦਿੱਤੀ। ਬੰਗਲੌਰ ਵਿੱਚ ਪੰਜਾਬੀ ਫੌਜੀਆਂ ਦੇ 50-60 ਪਰਿਵਾਰ ਸਨ ਤੇ ਪੰਜਾਬੀ ਫੈਸ਼ਨ ਦੇ ਕੱਪੜੇ ਉੱਧਰਲੇ ਦਰਜੀਆਂ ਨੂੰ ਸਿਉਣੇ ਨਹੀਂ ਸੀ ਆਉਂਦੇ। ਪੰਜਾਬੀਆਂ ਨੂੰ ਇਹ ਝੱਸੀ ਮਜਬੂਰੀ ਕਰਕੇ ਸਹਿਣੀ ਪੈ ਰਹੀ ਸੀ। ਕੇਸਰ ਨੂੰ ਰੂਪ ਦਾ ਮਸ਼ੀਨ ਚਲਾਉਣਾ ਪਹਿਲਾਂ ਜਚਿਆ ਨਾ। ਉਸ ਦੀ ਸਰਦਾਰੀ ਸ਼ਾਨ ਨੂੰ ਸੱਟ ਵੱਜਦੀ ਮਹਿਸੂਸ ਹੋਈ। ਪਰ ਰੂਪ ਇਸ ਮਸਲੇ ਤੇ ਪਹਿਲੀ ਵਾਰ ਥੋੜ੍ਹੀ ਪਰਵਾਰੀ ਹੋ ਕੇ ਭਗਵੰਤ ਦੀ ਸਲਾਹ ਨਾਲ ਪੱਕੀ ਧਾਰ ਬੈਠੀ ਸੀ। ਮਸ਼ੀਨ ਨਵੀਂ ਸੀ ਤੇ ਰੂਪ ਨੂੰ ਕੰਮ ਕਰਨ ਦੇ ਲਾਲਚ ਨਾਲ ਚਾਅ ਵੀ। ਪੰਜਾਬਣਾਂ ਨੂੰ ਲੰਮੀਆਂ ਕਮੀਜ਼ਾਂ ਤੇ ਖੁੱਲ੍ਹੇ ਪਹੁੰਚਿਆਂ ਵਾਲੀਆਂ ਸਲਵਾਰਾਂ ਸਿਉਣ ਵਾਲੀ ਰੂਪ ਮਸਾਂ ਮਿਲੀ ਸੀ। ਉਹਨਾਂ ਉਸ ਦੀ ਹਰ ਸਹਾਇਤਾ ਕੀਤੀ। ਰੂਪ ਦਾ ਮਿੱਠ ਬੋਲਾ ਸੁਭਾਅ ਅਤੇ ਸਾਊ ਹੁਸਨ ਪੰਜਾਬਣਾਂ ਨੂੰ ਆਪਣਤ ਵਿੱਚ ਕੀਲ ਗਿਆ। ਮਨ ਚਿਤ ਲਾ ਕੇ ਕੀਤੀ ਮਿਹਨਤ ਵਿੱਚ ਹਮੇਸ਼ਾ ਬਰਕਤ ਹੁੰਦੀ ਹੈ। ਪਹਿਲੇ 6 ਮਹੀਨਿਆਂ ਵਿੱਚ ਹੀ ਰੂਪ ਨੇ ਸਾਰਾ ਉਧਾਰ ਲਾ ਕੇ 100 ਰੁਪਈਆ ਕਮਾ ਲਿਆ। ਹੁਣ ਰੂਪ ਦਾ ਘਰ ਵਿਸ਼ੇਸ਼ ਟੌਰ ਸੀ। ਉਹ ਆਪਣੇ ਆਪ ਨੂੰ ਸਹੀ ਅਰਥਾਂ ਵਿੱਚ ਘਰ ਦੀ ਸੁਆਣੀ ਸਮਝਦੀ ਸੀ। ਮਿਹਨਤ ਨੇ ਉਸ ਅੰਦਰ ਅਣਖ ਨਾਲ ਸਵੈਮਾਨ ਵੀ ਜਗਾ ਦਿੱਤਾ। ਹੁਣ ਉਹ ਸਮਝਦੀ ਸੀ ਕਿ ਕਿਸੇ ਵੀ ਤਰ੍ਹਾਂ ਦੇ ਦੁੱਖ ਕੰਡੇ ਨੂੰ ਕੈਂਚੀ ਨਾਲ ਕੱਟਿਆ ਜਾ ਸਕਦਾ ਹੈ ਤੇ ਸੂਈ ਨਾਲ ਉਸ ਦੀਆਂ ਜੜ੍ਹਾਂ ਤੱਕ ਪੁੱਟੀਆਂ ਜਾ ਸਕਦੀਆਂ ਹਨ। ਸੁੱਖੋ ਗੁਰਮੀਤ ਨੂੰ ਖਿਡਾ ਕੇ ਉਸ ਦੇ ਕਿੰਨੇ ਹੀ ਕੀਮਤੀ ਟਾਈਮ ਨੂੰ ਬਚਾ ਦਿੰਦੀ ਸੀ। ਕੇਸਰ ਆਪਣੀ ਥਾਂ ਫਿਕਰਾਂ ਤੋਂ ਆਜ਼ਾਦ ਪ੍ਰਸੰਨ ਸੀ। ਜਦੋਂ ਘਰ ਹੁੰਦਾ ਉਹ ਗੁੱਡੀ ਨੂੰ ਗਲੋਂ ਨਾ ਲਾਉਂਦਾ। ਗੁਰੂ ਨੇ ਮਿਲਾਈਏ ਭਾਈ ਸਾਡੀ ਗੁਰਮੀਤ, ਕੇਸਰ ਗੁੱਡੀ ਨੂੰ ਕੁਤਕੁਤਾਉਂਦਾ ਹੈ ਨਾ ਭਾਈ, ਤੇ ਗੁੱਡੀ ਹੱਸ ਪੈਂਦੀ। ਜੇ ਮੁੰਡਾ ਹੁੰਦਾ ਖਣੀ ਕੀ ਕਰਦੇ। ਰੂਪ ਨੇ ਗੁੱਡੀ ਦੇ ਪਿਆਰ 'ਚ ਕਮਲੇ ਹੋਏ ਕੇਸਰ ਨੂੰ ਚੋਟ ਮਾਰੀ। ਮੁੰਡਾ ਹੁੰਦਾ ਤੂੰ ਨਹੀਂ ਗਲੋਂ ਲਾਉਣਾ ਸੀ। ਉਸ ਫਿਰ ਗੁਰਮੀਤ ਨੂੰ ਚੁੰਮ ਕੇ ਆਖਿਆ, ਗੁਰੂ ਤੇਰੀ ਮਾਂ ਨੂੰ ਤੇਰਾ ਪਿਆਰ ਨਹੀਂ। ਵੇਖਾਂ ਆਪ ਜਣੀ ਪਸਮੇ ਪਏ ਐ। ਉਹ ਦੋਵੇਂ ਬਾਛਾਂ ਖੋਲ ਕੇ ਹੱਸ ਪਏ। ਲੈ ਫੜ ਝੰਗਾ ਭੋਰਾ ਦੁੱਧ ਦਾ, ਤੂੰ ਤਾਂ ਮਸ਼ੀਨ ਨਾਲ ਮਸ਼ੀਨ ਹੀ ਹੋ ਜਾਣਾ ਏ ਇੱਕ ਦਿਨ। ਉਸ ਗੁੱਡੀ ਰੂਪ ਦੀ ਬੁੱਕਲ ਵਿੱਚ ਦੇ ਦਿੱਤੀ। ਗੁੱਡੀ ਰੂਪ ਕੋਲ ਆਉਂਦੀ ਹੀ ਰੋ ਪਈ। ਦੀਦੀ ਆ ਪਿਓ ਵਰਗੀ। ਰੂਪ ਦੀਆਂ ਅੱਖਾਂ 'ਚ ਹਾਸਾ ਲਿਸ਼ਕ ਪਿਆ। ਗੁਰੂ ਦੰਦੀ ਵੱਢ ਫੇਰ ਦੁੱਧ ਦੇਵੇਗੀ। ਰੂਪ ਨੇ ਗੁਰਮੀਤ ਦੀ ਪਿੱਠ ਥਾਪੜਦਿਆਂ ਥਣ ਮੂੰਹ ਵਿੱਚ ਦੇ ਦਿੱਤਾ। ਜਿੰਨਾ ਚਿਰ ਉਹ ਰੋਂਦੀ ਰਹੀ, ਤੈਨੂੰ ਤਾਂ ਦੁੱਧ ਝਕਾਉਣ ਦਾ ਵੀ ਚੇਤਾ ਨਹੀਂ ਆਉਂਦਾ ਹੋਣਾ। ਜਿੰਨੇ ਚਿਰ ਉਹ ਰੋਂਦੀ ਨਹੀਂ, ਤੈਨੂੰ ਤਾਂ ਦੁੱਧ ਝੰਗਾਉਣ ਦਾ ਵੀ ਚੇਤਾ ਨਹੀਂ ਆਉਂਦਾ ਹੋਣਾ। ਆਖਰ ਨੂੰ ਕੇਸਰ ਨੇ ਫੌਜੀ ਵਾਲੀ ਗੱਲ ਕਰ ਹੀ ਦਿੱਤੀ। ਕੁੜੀ ਦੇ ਬਹੁਤੇ ਹੇਜ ਵਾਲੇ ਬੋਤਲ ਲੈ ਆਓ। ਤਸੱਲੀ ਨਾਲ ਪਿਆਈ ਗਏ। ਹੁਣ ਤੇਰੇ ਦੁੱਧ ਨਾਲ ਕਿਹੜਾ ਰੱਜਦੀ ਹੋਣੀ ਐ, ਬੋਤਲ ਤਾਂ ਲਿਆਉਣੀ ਪਏਗੀ। ਕੇਸਰ ਨੇ ਦੁੱਧ ਚੂੰਹਦੀ ਗੁੱਡੀ ਦਾ ਪੈਰ ਹਿਲਾਇਆ ਤੇ ਗੁੱਡੀ ਨੇ ਮਾਰਦਿਆਂ ਵਾਂਗ ਉਸ ਵੱਲ ਹੱਥ ਚਲਾਇਆ। ਮਰ ਜਾਣੀ ਨਾ ਹੋਵੇ ਤਾਂ। ਕਿਉਂ? ਪਿਓ ਲੱਖ ਪਿਆਰ ਕਰੇ, ਮਾਂ ਹੀ ਹੁੰਦੀ ਹੈ। ਰੂਪ ਨੇ ਫਖਰ ਨਾਲ ਗੁਰਮੀਤ ਨੂੰ ਚੁੰਮ ਲਿਆ। ਰੂਪ ਨੂੰ ਗੁਆਚਿਆ ਸਵਰਗ ਫਿਰ ਮਿਲ ਪਿਆ। ਐਤਕੀ ਸਵਰਗ ਪੈਦਾ ਕਰਨ ਵਿੱਚ ਉਸ ਦਾ ਆਪਣਾ ਵੀ ਹਿੱਸਾ ਸੀ। ਹੱਥੀਂ ਪੈਦਾ ਕੀਤੇ ਸਵਰਗ ਵਰਗੀ ਹੋਰ ਮਾਨਸਿਕ ਤਸੱਲੀ ਕੋਈ ਨਹੀਂ ਸੀ। 1.25 ਸਾਲ ਹੋਰ ਕਦੋਂ ਬੀਤ ਗਿਆ ਉਹਨਾਂ ਨੂੰ ਪਤਾ ਨਾ ਲੱਗਾ। ਹੁਣ ਬੈਂਕ ਦੀ ਪਾਸਬੁੱਕ ਵਿੱਚ 800 ਦਾ ਅੰਕੜਾ ਜ਼ਿੰਦਗੀ ਦੀ ਖੁਸ਼ੀ ਦਾ ਮਾਣ ਬਣਿਆ ਪਿਆ ਸੀ। ਬਹਾਰ ਦੇ ਦਿਨਾਂ ਵਿੱਚ ਰੂਪ ਦੂਜੇ ਬੱਚੇ ਦੀ ਮਾਂ ਬਣਨ ਵਾਲੀ ਸੀ। ਨਿਰਮਲ ਸਿੰਘ ਜਮਾਂਦਾਰ ਦੀ ਪਲਟਨ ਬੰਗਲੌਰ ਤੋਂ ਦੇਵਲਾਲੀ ਬਦਲ ਗਈ। ਰੂਪ ਤੋਂ ਭਗਵੰਤ ਦਾ ਵਿਛੋੜਾ ਸਹਿ ਨਹੀਂ ਸੀ ਜਾਂਦਾ। ਉਹ ਅੰਤਾਂ ਦਾ ਰੋਈ। ਉਸ ਨੂੰ ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਮਾਂ ਜਾਈ ਤੋਂ ਵਿਛੜ ਰਹੀ ਹੋਵੇ। ਕਿੰਨਾ ਪਿਆਰ ਹੋ ਗਿਆ ਸੀ ਉਹਨਾਂ ਵਿਚਕਾਰ। ਉਹ ਸੋਚ ਰਹੀ ਸੀ, ਭਗਵੰਤ ਦੇ ਸਾਥ ਵਿੱਚ ਮੈਨੂੰ ਕਿੰਨਾ ਕੁਝ ਮਿਲਿਆ ਏ। ਮੈਂ ਮਰ ਕੇ ਵੀ ਉਸਦਾ ਅਹਿਸਾਨ ਨਹੀਂ ਲਾ ਸਕਾਂਗੀ। ਭਗਵੰਤ ਦੀ ਹਾਜ਼ਰੀ ਵਿੱਚ ਉਸ ਨੂੰ ਕਦੇ ਸਤਵੰਤ ਨੂੰ ਯਾਦ ਕਰਨ ਦੀ ਵੀ ਲੋੜ ਨਹੀਂ ਅਨੁਭਵ ਹੋਈ ਸੀ। ਉਹ ਭਗਵੰਤ ਵਿੱਚ ਇੰਨੀ ਘੁਲ ਮਿਲ ਗਈ ਸੀ ਕਿ ਇਸ ਨੂੰ ਆਪਣਾ ਪਰਿਵਾਰ ਤੇ ਰਿਸ਼ਤੇਦਾਰ ਸਮਝਣ ਲੱਗ ਪਈ, ਜਿਵੇਂ ਉਮਰ ਭਰ ਇਹਨਾਂ ਨਾਲ ਹੀ ਵਰਤੇਗੀ। ਭਰੇ ਮਨ ਤੇ ਗਿੱਲੀਆਂ ਅੱਖਾਂ ਨਾਲ ਉਹ ਉਹਨਾਂ ਨੂੰ ਰੇਲਵੇ ਸਟੇਸ਼ਨ ਤੇ ਵਿਦਾ ਆਖਣ ਆਏ। ਦੋਵੇਂ ਧਿਰਾਂ ਚਿੱਠੀ ਪੱਤਰ ਲਈ ਇੱਕ ਦੂਜੇ ਨੂੰ ਤਕੀਦ ਕਰ ਰਹੀਆਂ ਸਨ। ਰੂਪ ਨੇ ਸੁਖਮਿੰਦਰ ਨੂੰ ਘੁੱਟ ਕੇ ਪਿਆਰ ਦਿੱਤਾ। ਕਈ ਦਿਨ ਰੂਪ ਉਦਾਸ ਰਹੀ। ਉਸਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਸੀ। ਸਾਲਾਂ ਦੀ ਸਾਂਝ ਤੇ ਮੋਹ ਪਿਆਰ ਪਲ ਵਿੱਚ ਬੱਦਲਾਂ ਦੀ ਛਾਂ ਵਾਂਗ ਵਿਦਾ ਹੋ ਗਏ। ਉਸ ਭਗਵੰਤ ਦੀ ਚਿੱਠੀ ਉਡੀਕਣ ਤੋਂ ਪਹਿਲਾਂ ਹੀ ਖਤ ਲਿਖ ਦਿੱਤਾ। ਉਹ ਇਸ ਨਿੱਘੇ ਪਰਿਵਾਰ ਨਾਲ
ਹਰ ਕੀਮਤ ਤੇ ਮਿੱਤਰ ਸਾਂਝ ਕਾਇਮ ਰੱਖਣ ਲਈ ਮਨ ਵਿੱਚ ਧਾਰ ਚੁੱਕੀ ਸੀ। ਨਿਰਮਲ ਸਿੰਘ ਦੀ ਪਲਟਨ ਚਲੀ ਜਾਣ ਨਾਲ ਅੱਧਿਓਂ ਬਹੁਤੇ ਪੰਜਾਬੀ ਪਰਿਵਾਰ ਬੰਗਲੌਰ ਤੋਂ ਚਲੇ ਗਏ ਸਨ। ਉਹਨਾਂ ਦੇ ਚਲੇ ਜਾਣ ਨੇ ਰੂਪ ਨੂੰ ਆਰਥਿਕ ਪੱਖ ਤੋਂ ਵੀ ਸੱਟ ਮਾਰੀ ਸੀ। ਇਸ ਮਹੀਨੇ ਕੁੱਲ 40 ਰੁਪਏ ਆਮਦਨ ਹੀ ਹੋਈ ਸੀ। ਭਗਵੰਤ ਦੇ ਵਿਛੋੜੇ ਅੱਗੇ ਉਸ ਘੱਟ ਆਮਦਨ ਦੀ ਕੱਖ ਪਰਵਾਹ ਨਾ ਕੀਤੀ, ਪਰ ਬੁਨਿਆਦੀ ਅਸਲੀਅਤ ਦੀ ਕਿੰਨਾ ਕੁ ਚਿਰ ਪਰਵਾਹ ਨਾ ਹੁੰਦੀ। ਸਹੇਲੀ ਦੇ ਵਿਛੋੜੇ ਤੇ ਆਮਦਨ ਦੇ ਘਾਟੇ ਨਾਲ ਇੱਕ ਹੋਰ ਥਪੇੜੇ ਨੇ ਦੋਹਾਂ ਜੀਆਂ ਦੇ ਮਜ਼ਬੂਤ ਪੈਰਾਂ ਨੂੰ ਉਖੇੜ ਕੇ ਰੱਖ ਦਿੱਤਾ। ਕੇਸਰ ਕੋਲੋਂ ਦਫ਼ਤਰੀ ਕੰਮ ਸਮੇਂ ਇੱਕ ਪਰਸਨਲ ਫਾਈਲ ਗੁੰਮ ਹੋ ਗਈ। ਉਸ ਸਾਰੀ ਆਸ ਸ਼ਕਤੀ ਤੇ ਜ਼ੋਰ ਪਾ ਕੇ ਸੋਚਿਆ ਉਹ ਫਾਈਲ ਕਿੱਥੇ ਰੱਖ ਬੈਠਾ ਹੈ ਜਾਂ ਕੌਣ ਉਸ ਨੂੰ ਉੱਤੋਂ ਲੈ ਗਿਆ ਹੈ, ਪਰ ਉਸਨੂੰ ਕੋਈ ਥਹੁ ਪਤਾ ਨਾ ਲੱਗ ਸਕਿਆ। ਆਖਰ ਸੁਪਰਡੈਂਟ ਦੇ ਉਸਦੀ ਬੁਲਾਈ ਹੋ ਗਈ। ਝੂਠ ਉਸ ਬੋਲਿਆ ਨਾ ਤੇ ਫਾਈਲ ਗੁੰਮ ਜਾਣ ਬਾਰੇ ਉਸਨੂੰ ਠੀਕ ਪਤਾ ਨਹੀਂ ਸੀ। ਸੁਪਰਡੈਂਟ ਨੂੰ ਉਸਦੀ ਸੱਚਾਈ ਉੱਤੇ ਯਕੀਨ ਆ ਗਿਆ। ਅੱਗੇ ਉਸਦੇ ਕੰਮ ਬਾਰੇ ਕਦੀ ਸ਼ਿਕਾਇਤ ਨਹੀਂ ਪੈਦਾ ਹੋਈ ਸੀ, ਪਰ ਇਹ ਜ਼ਾਹਰਾ ਅਣਗਹਿਲੀ ਤੇ ਗੈਰ ਜ਼ਿੰਮੇਵਾਰੀ ਉਸਨੂੰ ਕਸੂਰਵਾਰ ਠਹਿਰਾਉਂਦੀਆਂ ਸਨ। ਸੁਪਰਡੈਂਟ ਦੀ ਮਿਹਰਬਾਨੀ ਨਾਲ ਉਸਨੂੰ ਨੌਕਰੀ ਤੋਂ ਨਾ ਹਟਾਇਆ ਗਿਆ, ਪਰ ਅੱਧੀ ਤਨਖਾਹ ਰੋਕ ਉਸਦਾ ਕੇਸ ਚੱਲਦਾ ਕਰ ਦਿੱਤਾ। ਇਹ ਇੱਕ ਅਜਿਹਾ ਥਪੇੜਾ ਸੀ ਜਿਸ ਕੇਸਰ ਤੇ ਰੂਪ ਨੂੰ ਚਿੰਤਾ ਦੇ ਸਾਗਰ ਵਿੱਚ ਗੋਤੇ ਦੇਣੇ ਸ਼ੁਰੂ ਕਰ ਦਿੱਤੇ। ਭਾਵੇਂ ਅੱਧੀ ਤਨਖਾਹ ਹੀ ਰੋਕੀ ਸੀ, ਪਰ ਕੇਸ ਦਾ ਫੈਸਲਾ ਸਿਰ ਤੇ ਨੰਗੀ ਤਲਵਾਰ ਵਾਂਗ ਲਟਕ ਰਿਹਾ ਸੀ। ਰੂਪ ਦੇ ਹਸਪਤਾਲ ਦਾਖਲ ਹੋਣ ਦੇ ਦਿਨ ਨੇੜੇ ਆ ਰਹੇ ਸਨ। ਜਿਵੇਂ ਬਰਸਾਤ ਖੁੰਮਾਂ ਨਾਲ ਹੀ ਲੈ ਆਉਂਦੀ ਹੈ, ਫਿਕਰਾਂ ਨੇ ਹਸੀਨ ਜੋੜੇ ਦੀ ਸਿੱਲੀ ਜ਼ਮੀਨ ਵੀ ਪਾੜਨੀ ਸ਼ੁਰੂ ਕਰ ਦਿੱਤੀ। ਪੰਜਾਬ ਵੱਲੋਂ ਬੜੀਆਂ ਭੈੜੀਆਂ ਖਬਰਾਂ ਆ ਰਹੀਆਂ ਸਨ। ਆਜ਼ਾਦੀ ਆਉਣ ਨਾਲ ਹਿੰਦੂ ਮੁਸਲਿਮ ਫਸਾਦਾਂ ਦਾ ਮੁੱਢ ਵੱਜ ਚੁੱਕਾ ਸੀ। ਖਬਰਾਂ ਭੈੜੀਆਂ ਤੋਂ ਰੂਹ ਕੰਬਾਊ ਹੋ ਗਈਆਂ। ਕਤਲਾਂ ਤੇ ਉਧਾਲਿਆਂ ਨੇ ਧਰਮੀ ਤੇ ਪੈਗੰਬਰੀ ਪੰਜਾਬ ਦਾ ਮੂੰਹ ਕਾਲਾ ਕਰ ਦਿੱਤਾ। ਪੰਜਾਬੋਂ ਬਾਹਰ ਬੈਠੇ ਪੰਜਾਬੀ ਆਪਣੇ ਸਨੇਹੀਆਂ ਦੀ ਸੁੱਖ ਲਈ ਕਾਲਜੇ ਫੜੀ ਬੈਠੇ ਸਨ। ਰੂਪ ਆਪਣੀ ਬੇਜੀ ਦੀ ਚਿੱਠੀ ਨਾ ਆ ਜਾਣ ਤੱਕ ਇੱਕ ਤਰ੍ਹਾਂ ਦੀ ਲੰਮੀ ਹੀ ਪਈ ਰਹੀ ਸੀ। ਸਹੇਲੀਆਂ ਭਾਵੇਂ ਰੂਪ ਨੇ ਹੋਰ ਪੈਦਾ ਕਰ ਲਈਆਂ ਸਨ, ਪਰ ਭਗਵੰਤ ਦੀ ਥਾਂ ਕਿਸੇ ਨਾ ਭਰੀ। ਐਤਕੀ ਵਾਰ ਉਸਨੂੰ ਮੁੰਡਾ ਹੋਇਆ ਸੀ ਤੇ ਕਿਸੇ ਨਾ ਕਿਸੇ ਤਰ੍ਹਾਂ ਉਸ ਹਸਪਤਾਲ ਦੇ ਦਿਨ ਪੂਰੇ ਕਰ ਲਏ ਸਨ। ਸਾਰੇ ਪੰਜਾਬੀ ਦੋਸਤਾਂ ਮੁਬਾਰਕਾਂ ਨਾਲ ਉਹਨਾਂ ਦਾ ਘਰ ਭਰ ਦਿੱਤਾ। ਭਗਵੰਤ ਨੇ ਮੁਬਾਰਕ ਨਾਲ ਕੱਪੜੇ ਵੀ ਘੱਲੇ ਅਤੇ ਮਾਲਣ ਨੇ ਬੂੜ ਤੋਂ ਚੋਰੀ ਉਸਨੂੰ 100 ਰੁਪਈਆ ਵੀ ਭੇਜਿਆ ਸੀ। ਐਤਕੀ ਹਸਪਤਾਲ ਦੇ ਬਿੱਲ, ਕੱਪੜਿਆਂ ਦੇ ਬਿੱਲ ਤੇ ਯਾਰਾਂ ਦੋਸਤਾਂ ਦੀ ਫੀਸ ਰਲਾ ਕੇ ਖਰਚ 300 ਤੱਕ ਅੱਪੜ ਗਿਆ ਸੀ, ਪਰ ਮੁੰਡੇ ਦੀ ਅਕਹਿ ਖੁਸ਼ੀ ਵਿੱਚ ਉਹਨਾਂ ਕੋਈ ਪਰਵਾਹ ਨਾ ਕੀਤੀ। 3 ਮਹੀਨੇ ਹੋਰ ਲੰਘ ਜਾਣ ਪਿੱਛੋਂ ਪਾਸਬੁੱਕ ਚੋਂ 300 ਦੀ ਕਟੌਤੀ ਹੋ ਚੁੱਕੀ ਸੀ। ਪਿਛਲੇ 2 ਮਹੀਨਿਆਂ ਵਿੱਚ ਭਾਵੇਂ ਰੂਪ ਆਪੂ ਬਹੁਤਾ ਕੰਮ ਨਹੀਂ ਕਰ ਸਕੀ, ਪਰ ਪੰਜਾਬੀ ਘੱਟ ਹੋ ਜਾਣ ਨਾਲ ਕੰਮ ਵੀ ਥੋੜ੍ਹਾ ਰਹਿ ਗਿਆ ਸੀ। 2 ਬੱਚਿਆਂ ਨੂੰ ਸਾਂਭਣ ਤੇ ਘਰ ਦੇ ਚੁੱਲ੍ਹੇ ਚੌਂਕੇ ਪਿੱਛੋਂ ਸਮਾਂ ਹੀ ਥੋੜ੍ਹਾ ਰਹਿ ਜਾਂਦਾ ਸੀ ਕਿ ਉਹ ਲਏ ਕੱਪੜੇ ਵੇਲੇ ਸਿਰ ਤਿਆਰ ਕਰਕੇ ਦੇ ਸਕਦੀ। ਦੂਜੇ ਉਸ ਵਸਤੀ 'ਚ ਜਣੇਪੇ ਦੇ ਦਿਨਾਂ 'ਚ ਇੱਕ ਹੋਰ ਪੰਜਾਬਣ ਨੇ ਮਸ਼ੀਨ ਲੈ ਲਈ ਸੀ, ਜਿਸ ਅੱਧ-ਪਚੱਧ ਕੰਮ ਖਿੱਚ ਲਿਆ ਸੀ। ਪਿਆਰ ਦੀ ਉਹ ਤਰੰਗ ਜਿਹੜੀ ਜਵਾਨੀਆਂ ਨੂੰ ਪਾਗਲ ਬਣਾਈ ਰੱਖਦੀ ਹੈ, ਉਹਨਾਂ ਦੇ ਸਿਰਾਂ ਤੋਂ ਤੂਫਾਨ ਦੀ ਲੁਹਾਈ ਵਾਂਗ ਲੰਘ ਗਈ ਸੀ। ਭਾਵੇਂ ਉਹਨਾਂ ਦੀਆਂ ਸਿਹਤਾਂ ਹਾਲੇ ਪੂਰਨ ਜਵਾਨ ਦਿਸਦੀਆਂ ਸਨ, ਪਰ ਸਾਹਮਣੇ ਆਈਆਂ ਸਮੱਸਿਆਵਾਂ ਨੂੰ ਉਹਨਾਂ ਦੇ ਜ਼ਿਹਨ ਵਿੱਚ ਵੜ ਕੇ ਸੰਜੀਦਗੀ ਦਾ ਠੋਸ ਪੜਾਅ ਮੱਲ ਲਿਆ ਸੀ। ਦੇਸ਼ ਆਜ਼ਾਦ ਹੋਣ ਤੋਂ ਪਿੱਛੋਂ ਫੌਜ ਦਾ ਕੰਟਰੋਲ ਆਮ ਕਰਕੇ ਦੇਸੀ ਅਫਸਰਾਂ ਦੇ ਹੱਥ ਆ ਗਿਆ। ਬਹੁਤੇ ਅੰਗਰੇਜ਼ ਅਫਸਰਾਂ ਦੇ ਚਲੇ ਜਾਣ ਪਿੱਛੋਂ ਕਈ ਦੇਸੀ ਅਫਸਰਾਂ ਨੂੰ ਛਾਲਾਂ ਮਾਰਵੀਆਂ ਤਰੱਕੀਆਂ ਮਿਲੀਆਂ ਸਨ, ਪਰ ਕੇਸਰ ਵਰਗੇ ਮਾਮੂਲੀ ਕਲਰਕਾਂ ਦੇ ਕੇਸ ਫੈਸਲੇ ਖਣੋਂ ਹੇਠਲੀਆਂ ਤਹਿਆਂ ਵਿੱਚ ਹੀ ਦੱਬੀ ਦੇ ਜਾ ਰਹੇ ਸਨ। ਕੇਸਰ ਨੂੰ ਕੰਮ ਪੂਰਾ ਦੇਣਾ ਪੈਂਦਾ ਸੀ, ਪਰ ਤਨਖਾਹ ਲਗਾਤਾਰ ਅੱਧੀ ਮਿਲ ਰਹੀ ਸੀ। ਉਸ ਆਪਣੇ ਕੇਸ ਦਾ ਫੈਸਲਾ ਕਰਾਉਣ ਲਈ ਕਾਫੀ ਭੱਜ-ਦੌੜ ਕੀਤੀ, ਪਰ ਦੇਸੀ ਫੌਜੀਆਂ ਨੂੰ ਆਜ਼ਾਦੀ, ਅਫਸਰੀ ਤੇ ਵਲੈਤੀ ਸ਼ਰਾਬ ਕੁਝ ਇਸ ਤਰ੍ਹਾਂ ਦਾ ਚੱਕਰ ਖਾ ਕੇ ਚੜ੍ਹੀਆਂ ਸਨ ਕਿ ਦਿਮਾਗ ਨਾਲ ਅੱਖਾਂ ਵੀ ਚੱਕਰ ਖਾਣ ਲੱਗ ਪਈਆਂ ਸਨ। ਕੇਸਰ ਦੇ ਘਰ ਆਰਥਿਕ ਕੜਾਕੇ ਨੇ ਲੰਮੀ ਪਤਝੜ ਵਾਂਗ ਡੇਰੇ ਲਾ ਲਏ। ਹਰ ਮਹੀਨੇ ਉਹ ਬੈਂਕ 'ਚੋਂ 50,000 ਰੁਪਏ ਕਢਵਾ ਲੈਂਦੇ। ਦਿਨੋਂ ਦਿਨ ਥੋੜ੍ਹੀ ਹੁੰਦੀ ਜਾ ਰਹੀ ਰਕਮ ਨੂੰ ਵੇਖ ਕੇ ਰੂਪ ਨੇ ਅੰਦਰੋਂ ਖੁਰਨਾ ਸ਼ੁਰੂ ਕਰ ਦਿੱਤਾ। ਉਸਦੇ ਚਿਹਰੇ ਦੀ ਆਬ ਮੱਧਮ ਪੈਂਦੀ ਦੇਖ ਕੇ ਕੇਸਰ ਦੇ ਜੀਅ ਨੂੰ ਘੇਰਨੀਆਂ ਪੈ ਜਾਂਦੀਆਂ ਸਨ। ਕੱਲ੍ਹ ਉਹਨਾਂ ਸਮੇਰ ਦੀ ਵਰ੍ਹੇਗੰਢ ਮਨਾਈ ਸੀ ਅਤੇ ਅੱਜ ਕੇਸਰ ਨੂੰ ਦਫ਼ਤਰੀ ਛੁੱਟੀ ਕਰਨ ਤੋਂ ਪਹਿਲਾਂ ਧਰਮਸ਼ਾਲਾ ਦੀ ਬਦਲੀ ਦੇ ਆਰਡਰ ਮਿਲ ਗਏ ਸਨ। ਪੰਜਾਬ ਦੀ ਬਦਲੀ ਭਾਵੇਂ ਖੁਸ਼ੀ ਵਾਲੀ ਖਬਰ ਸੀ, ਪਰ ਉੱਥੋਂ ਅਚਾਨਕ ਉਹ ਅਖੇੜਾ ਉਹਨਾਂ ਨੂੰ ਬੋਝ ਹੀ ਜਾਪਿਆ। ਇੱਥੇ ਉਹ ਇੱਕ ਤਰ੍ਹਾਂ ਘਰ ਬਣਾਈ ਬੈਠੇ ਸਨ
ਤੇ ਉਹਨਾਂ ਦੀ ਸਾਂਝ ਨੇ ਕਈ ਦੋਸਤੀਆਂ ਪੈਦਾ ਕਰ ਦਿੱਤੀਆਂ ਸਨ। ਉਹਨਾਂ ਆਪਣੀ ਡਿਊ ਛੁੱਟੀ ਵੀ ਕਦੇ ਨਹੀਂ ਲਈ ਸੀ, ਸਿਰਫ ਇਸ ਦੁੱਖੋਂ ਕਿ ਗੁਜ਼ਾਰਾਂਗੇ ਕਿੱਥੇ। ਪਰ ਫਿਰ ਵੀ ਪੰਜਾਬ ਨੂੰ ਆ ਰਹੇ ਉਹ ਪ੍ਰਸੰਨ ਸਨ, ਕਿਉਂਕਿ ਜਨਮ ਭੂਮੀ ਨਾਲ ਉਹਨਾਂ ਦੀ ਰੂਹ ਦੀ ਸਾਂਝ ਸੀ, ਸੱਭਿਆਚਾਰ ਦੀ ਸਾਂਝ ਸੀ, ਭਾਵੇਂ ਜਨਮ ਭੂਮੀ ਨੇ ਉਹਨਾਂ ਨੂੰ ਕਿੰਨੇ ਕਸ਼ਟ ਦਿੱਤੇ ਸਨ। ਧਰਮਸ਼ਾਲਾ ਆਉਣ ਦੇ ਪਹਿਲੇ ਮਹੀਨੇ 'ਚ ਹੀ ਉਹਨਾਂ ਨੂੰ ਬੇਜੀ, ਤਾਰੇ ਤੇ ਭਗਵੰਤ ਦੀਆਂ ਵਾਰੋ-ਵਾਰੀ ਚਿੱਠੀਆਂ ਮਿਲੀਆਂ। ਹਰ ਥਾਂ ਸੁੱਖ ਸਾਂਦ ਸੀ, ਪਰ ਤਾਰੇ ਨੇ ਲਿਖਿਆ ਸੀ, ਬਾਪੂ ਜੀ ਹੋਰਾਂ ਉੱਤੇ ਇੱਕ ਮੁਕੱਦਮਾ ਬਣ ਗਿਆ ਏ। ਬਹੁਤਾ ਵਿਸਥਾਰ ਕੋਈ ਨਹੀਂ ਸੀ। ਰੂਪ ਤੇ ਕੇਸਰ ਨੂੰ ਉਹਨਾਂ ਤੇ ਮੁਕੱਦਮਾ ਬਣ ਜਾਣ ਦੀ ਕੀ ਪਰਵਾਹ ਸੀ। ਉਹਨਾਂ ਗੱਲ ਆਈ ਗਈ ਕਰ ਛੱਡੀ। ਪਰ 15 ਦਿਨ ਹੋਰ ਬੀਤ ਜਾਣ ਪਿੱਛੋਂ ਸ਼ੇਰੇਆਣੇ ਇੱਕ ਹੋਰ ਚਿੱਠੀ ਆਈ। ਇਹ ਗੁਰਦੇਵ ਨੇ ਪਾਈ ਸੀ। ਉਸ ਲਿਖਿਆ ਸੀ, ਪਿਆਰੇ ਵੀਰ ਜੀ, ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ। ਵੀਰ ਜੀ, ਗੁੱਸਾ ਕਰਦਿਆਂ ਉੱਤੇ ਤੁਹਾਡਾ 100 ਵਾਰ ਹੋਵੇ, ਪਰ ਅਸਾਂ ਭੈਣਾਂ ਨੇ ਤੁਹਾਡਾ ਕੀ ਵਿਗਾੜਿਆ ਹੈ। ਸ਼ੇਰੇਆਣੇ ਨਾ ਸਹੀ, ਤੁਸੀਂ ਸਾਡੇ ਕੋਲ ਹੀ ਛੁੱਟੀ ਕੱਟਣ ਆਉਂਦੇ। ਮਿਲ ਨਹੀਂ ਆਉਣਾ ਸੀ ਤਾਂ ਚਿੱਠੀ ਚਿਰਾ ਹੀ ਲਿਖ ਦਿੰਦੇ। ਤੁਸੀਂ ਇੰਨੇ ਮੂੰਹ ਤੋੜ ਹੋ ਗਏ ਜਿਵੇਂ ਸਾਡੇ ਕੁਝ ਲੱਗਦੇ ਹੀ ਨਹੀਂ। ਮਾਂ ਮਰੀ ਤੋਂ ਤੁਹਾਡਾ ਆਉਣਾ ਬਣਦਾ ਸੀ। ਤੁਸੀਂ ਘਰਦਿਆਂ ਨੂੰ ਛੱਡ ਕੇ ਲੋਕਾਂ ਦੇ ਮੂੰਹ ਨੂੰ ਹੀ ਆਉਂਦੇ। ਚਲੋ ਉਹ ਤਾਂ ਗੱਲ ਪੁਰਾਣੀ ਹੋ ਗਈ, ਪਰ ਹੁਣ ਤੁਸੀਂ ਦੱਸੋ, ਸਾਡੇ ਨਾਲੋਂ ਇਸ ਤਰ੍ਹਾਂ ਹੀ ਟੁੱਟੇ ਰਹਿਣਾ ਏ ਜਾਂ ਮਿਲਣਾ ਵਰਤਣਾ ਵੀ ਏ। ਕੱਲ ਤਾਰੇ ਤੋਂ ਤੁਹਾਡਾ ਸਿਰਨਾਮਾ ਲਿਆ ਤੇ ਅੱਜ ਦੋਵੇਂ ਭੈਣਾਂ ਵੀਰ ਭਰਜਾਈ ਵੱਲ ਚਿੱਠੀਆਂ ਲਿਖ ਰਹੀਆਂ ਹਾਂ। ਭਾਬੀ ਨੇ ਪੇਕੀ ਤਾਂ ਗੁੱਡੀ ਤੇ ਗੁੱਡੂ ਦੀਆਂ ਵਧਾਈਆਂ ਭੇਜ ਦਿੱਤੀਆਂ, ਪਰ ਸਾਨੂੰ 3 ਪੈਸਿਆਂ ਦਾ ਕਾਟ ਵੀ ਨਾ ਸਰਿਆ। ਕੀ ਅਸੀਂ ਇੰਨੀਆਂ ਹਸਿਆਰੀਆਂ ਸੀ, ਕੱਪੜੇ ਵੀ ਨਾ ਭੇਜਦੀਆਂ? ਤੁਸੀਂ ਦੋਵੇਂ ਜੀ ਛੁੱਟੀ ਲੈ ਆਵੋ, ਅਸੀਂ ਮੁੰਡੇ ਕੁੜੀ ਨੂੰ ਵੇਖਣ ਲਈ ਤਰਸ ਰਹੀਆਂ ਹਾਂ। ਅਸੀਂ ਭਾਬੀ ਨੂੰ ਹੱਥ ਬੰਨ੍ਹ ਕੇ ਆਖਦੀਆਂ ਹਾਂ, ਉਹਦਾ ਕਸੂਰ ਕੋਈ ਨਹੀਂ ਸੀ, ਉਹ ਸਾਰਾ ਗੁੱਸਾ ਭੁਲਾ ਦੇਵੇ ਤੇ ਬੱਚਿਆਂ ਸਮੇਤ ਪਿੰਡ ਨੂੰ ਜ਼ਰੂਰ ਆ ਜਾਵੇ। ਇੱਕ ਹੋਰ ਮਾੜੀ ਗੱਲ ਹੋਈ ਏ, ਬਾਪੂ ਜੀ ਤੇ ਬਾਈ ਰਤਨੇ ਉੱਤੇ ਫੌਜਦਾਰੀ ਮੁਕੱਦਮਾ ਬਣ ਗਿਆ ਏ। ਪਿੰਡ ਦੀ ਸ਼ਾਮਲਾਟ ਵੰਡਣ ਪਿੱਛੇ ਬੱਗੇ ਕਿਆਂ ਨਾਲ ਲੜ ਪਏ। ਸੱਟਾਂ ਭਾਵੇਂ ਦੋਹਾਂ ਧਿਰਾਂ ਦੇ ਵੱਜੀਆਂ ਸਨ, ਪਰ ਔਂਤਰੇ ਥਾਣੇਦਾਰ ਨੇ ਉੱਪਰੋਂ ਪੈਸੇ ਖਾ ਕੇ ਬਾਪੂ ਜੀ ਅਤੇ ਰਤਨੇ ਬਾਈ ਨੂੰ ਬੰਨ੍ਹ ਲਿਆ। ਉਹਨਾਂ ਦੀਆਂ ਜ਼ਮਾਨਤਾਂ ਹੋ ਗਈਆਂ ਹਨ, ਪਰ ਸ਼ਰੀਕ ਰਾਜੀਨਾਮਾ ਨਹੀਂ ਹੋਣ ਦਿੰਦੇ। ਆਂਦੀਆਂ ਦੁੱਲਾ ਸਿੰਘ ਨੂੰ ਇਸ ਉਮਰੇ ਕੈਦ ਕਰਵਾਉਣਾ ਏ। ਵੀਰ ਤੂੰ ਹੀ ਦੱਸ, ਇਹ ਚੰਗੀ ਹੈ? ਤਾਰੇ ਨੇ ਦੱਸਿਆ ਏ, ਜਿਹੜੇ ਡਿਪਟੀ ਦੇ ਮੁਕੱਦਮਾ ਏ ਉਹ ਤੇਰੇ ਕਾਲਜ ਦੇ ਯਾਰ ਇੰਦਰਜੀਤ ਦਾ ਭਰਾ ਏ। ਜੇ ਤੂੰ ਆ ਜਾਵੇਂ, ਬਾਪੂ ਜੀ ਤੇ ਬਾਈ ਰਤਨਾ ਜੇਲ੍ਹ ਜਾਣੋਂ ਬਚ ਸਕਦੇ ਐ। ਭੱਜੀਆਂ ਬਾਹਾਂ ਫੇਰ ਵੀ ਗਲਾਂ ਨੂੰ ਹੀ ਆਉਂਦੀਆਂ ਹਨ। ਤੂੰ ਸੋਨਾ ਵੀਰ ਬਣ ਕੇ ਸਾਡੀ ਭੈਣਾਂ ਦੀ ਬੇਨਤੀ ਮੰਨ ਲੈ ਤੇ ਛੁੱਟੀ ਲੈ ਕੇ ਜ਼ਰੂਰ ਆ ਜਾ। ਤੈਨੂੰ ਬਹੁਤੀ ਤਕੀਦ ਹੈ, ਵੇਖੀ ਕਿਤੇ ਢਿੱਲ ਨਾ ਪਾ ਦੇਵੀਂ ਪੁਰਾਣੇ ਗੁੱਸੇ 'ਚ। ਚਿੱਠੀ ਨੂੰ ਤਾਰ ਸਮਝੀ। ਤਾਰਾ ਪੜ੍ਹੀ ਜਾਂਦਾ ਏ ਤੇ ਤੁਹਾਨੂੰ ਬਹੁਤ ਯਾਦ ਕਰਦਾ ਏ। ਉਸਨੂੰ ਵੇਖਣ ਵਾਲੇ ਬੜੇ ਆਉਂਦੇ ਐ। ਉਹ ਆਖਦਾ ਏ, ਕੇਸਰ ਬਾਈ ਦੀ ਸਲਾਹ ਨਾਲ ਵੇਖ ਕੇ ਵਹੁਟੀ ਲੈਣੀ ਏ। ਜੇ ਤੂੰ ਆ ਜਾਵੇਂ, ਕਿੰਨੇ ਹੀ ਕੰਮ ਸਵਾਰੀ ਦੇ ਐ। ਸਾਡਾ ਬੋਲਿਆ ਚਾਲਿਆ ਭਾਬੀ ਮਾਫ ਕਰੇ, ਨਿਆਣਿਆਂ ਨੂੰ ਘੁੱਟ ਕੇ ਪਿਆਰ ਦੇਣਾ। ਤੁਹਾਡੇ ਦਰਸ਼ਨਾਂ ਨੂੰ ਤਰਸਦੀਆਂ ਤੁਹਾਡੀਆਂ ਭੈਣਾਂ ਗੁਰਦੇਵ ਕੌਰ ਤੇ ਮੁਖਤਿਆਰ ਕੌਰ। ਚਿੱਠੀ ਪੜ੍ਹ ਜਾਣ ਪਿੱਛੋਂ ਕੇਸਰ ਨੇ ਰੂਪ ਨੂੰ ਪੁੱਛਿਆ, ਕਿਉਂ, ਤੇਰੀ ਕੀ ਸਲਾਹ ਹੈ? ਰੂਪ ਕੇਸਰ ਤੋਂ ਪਹਿਲਾਂ ਚਿੱਠੀ ਪੜ੍ਹ ਚੁੱਕੀ ਸੀ ਤੇ ਗੁੱਸੇ ਨੂੰ ਮਨ ਵਿੱਚ ਮਾਰੀ ਬੈਠੀ ਸੀ। ਮੈਂ ਤਾਂ ਤੁਹਾਡੇ ਨਾਲ ਹਾਂ, ਜਿੱਧਰ ਇੰਜਣ ਉਧਰੇ ਗੱਡੀ। ਉਹ ਕਹਿਣਾ ਤਾਂ ਮੈਂ ਨਹੀਂ ਚਾਹੁੰਦੀ ਸੀ, ਪਰ ਹੁਣ ਤਾਈਂ ਅਸੀਂ ਚਿੱਠੀ ਲਿਖਣ ਵੱਲੋਂ ਵੀ ਰਹੇ ਸੀ। ਚਿੱਠੀ ਤਾਂ ਕੁੜੀਆਂ ਨੇ ਲਿਖੀ ਏ, ਜਿੰਨਾ ਚਿਰ ਉਹਨਾਂ ਦੇ ਵਲ ਨਹੀਂ ਨਿਕਲ ਜਾਂਦੇ ਆਪਾਂ ਵੀ ਜਾਣਾ ਨਹੀਂ। ਚਿੱਠੀ ਕੁੜੀਆਂ ਤੋਂ ਘਰਦਿਆਂ ਨੇ ਲਿਖਵਾਈ ਏ, ਜੇਲ੍ਹ ਜਾਣ ਦੇ ਡਰੋਂ। ਨਹੀਂ ਕੁੜੀਆਂ ਨੂੰ ਅੱਗੇ ਨਾ ਭਰਾ ਭਰਜਾਈ ਦਾ ਹੇਜ ਆ ਗਿਆ। ਰੂਪ ਨੂੰ ਅਚਾਨਕ ਤਾ ਆ ਗਿਆ। ਗੱਲ ਤੇਰੀ ਠੀਕ ਹੈ, ਪਰ ਆਪਾਂ ਕੁੜੀਆਂ ਨਾਲ ਜ਼ਰੂਰ ਚਿੱਠੀ ਪੱਤਰ ਰੱਖਣੀ ਸੀ, ਭਾਵੇਂ ਉਤਲੇ ਮਨੋਂ ਹੀ ਰੱਖਦੇ। ਕੇਸਰ ਨੇ ਕਬੀਲਦਾਰ ਦੇ ਪੱਖ ਨੂੰ ਵਿਚਾਰਦਿਆਂ ਆਖਿਆ, ਜਾਣਾ ਮੈਂ ਸਮਝਦੀ ਹਾਂ ਜ਼ਰੂਰ ਜਾਣਾ ਚਾਹੀਦਾ। ਅਗਲਾ ਮਾੜੀ ਕਰੇ, ਆਪ ਤੋਂ ਨਾ ਸਰੇ। ਰੂਪ ਨੇ ਸਮੇਰ ਦੇ ਮੂੰਹ ਤੋਂ ਮੱਖੀਆਂ ਉਡਾਈਆਂ ਤੇ ਉਸ ਦਾ ਵਗਦਾ ਨੱਕ ਸਾਫ਼ ਕਰ ਦਿੱਤਾ। ਪਰ ਇਹ ਦੋਵੇਂ ਭੈਣਾਂ ਅੱਜ ਕਿਉਂ ਮੋਮੋ ਠੰਗਣੀਆਂ ਵਾਂਗ ਤਰਲੇ ਪਾਉਣ ਡਈਆਂ ਨੇ? ਜਦ ਗੁਰਦੇਵ ਮੇਰੀ ਮਸ਼ੀਨ ਲੈ ਗਈ ਸੀ, ਉਹਨੂੰ ਨਹੀਂ ਸੀ ਚਾਹੀਦਾ? ਆਖਦੀ, ਬਾਪੂ ਜੀ ਮਸ਼ੀਨ ਨਹੀਂ ਲੈਣੀ, ਮੈਂ ਭਾਬੀ ਦੀ ਲੈ ਕੇ ਨਹੀਂ ਜਾਣੀ। ਪਰ ਉਸਨੂੰ ਤਾਂ ਮਸ਼ੀਨ ਚਾਹੀਦੀ ਸੀ। ਉਹ ਕਿਉਂ ਕੁਝ ਕਹਿੰਦੀ? ਜਦ ਤੁਹਾਡੇ ਬਾਪੂ ਜੀ ਮੈਨੂੰ ਘਰੋਂ ਕੱਢਣ ਲਈ ਧੂਹੀ ਆਉਂਦੇ ਸੀ, ਮੁਖਤਿਆਰਾਂ ਤੋਂ ਇੰਨੀ ਵੀ ਨਾ ਸਰੀ ਕਿ ਹਟ ਬਾਪੂ ਜੀ ਕੀ ਕਰਦਾ ਹੈ? ਮੈਂ ਕੁੱਤੇ ਵਾਂਗ ਧੂ ਕੇ ਬਾਹਰ ਸਿੱਟ ਦਿੱਤੀ। ਅੱਜ ਇਹ ਕਹਿੰਦੀਆਂ ਨੇ ਸਾਡਾ ਕੀ ਕਸੂਰ ਹੈ? ਮੇਰਾ ਤਾਂ ਢਿੱਡ ਭਰਿਆ ਪਿਆ ਏ। ਪਰ ਜਿਉਂਦਾ ਰਹੇ ਤਾਰਾ, ਜਿਹੜਾ ਹੁਣ ਵੀ ਸਾਹੀ ਸਾਹ ਲੈਂਦਾ ਏ। ਰੂਪ ਦੀਆਂ ਅੱਖਾਂ ਭਰ ਆਈਆਂ।
ਉਸ ਉੱਠ ਕੇ ਸਮੇਰ ਨੂੰ ਚੁੱਕ ਲਿਆ। ਭਾਵੇਂ ਰੂਪ ਦੀ ਇੱਕ ਗੱਲ ਵੀ ਝੂਠੀ ਨਹੀਂ ਸੀ, ਪਰ ਕੁੜੀਆਂ ਨੂੰ ਮੋਮੋ ਠੱਗਣੀਆਂ ਆਖਣ ਤੇ ਕੇਸਰ ਥੋੜਾ ਵੱਟ ਖਾ ਗਿਆ। ਇੰਨਾ ਗੁੱਸਾ ਢਿੱਡ 'ਚ, ਫਿਰ ਜਾਣ ਦੀ ਕੀ ਲੋੜ ਏ? ਕੇਸਰ ਉੱਠ ਕੇ ਬਾਹਰ ਨੂੰ ਤੁਰ ਗਿਆ। ਰੂਪ ਨੇ ਰਾਹ ਰੋਕਦਿਆਂ ਆਖਿਆ, ਜਿਹਦੇ ਨਾਲ ਬੀਤੀ ਏ ਉਹਨੂੰ ਗੁੱਸਾ ਵੀ ਆਉਂਦਾ ਏ, ਪਰ ਗੁੱਸਾ ਕੱਢਣ ਦਾ ਵੀ ਇਹੀ ਮੌਕਾ ਏ। ਲੋਕਾਂ ਨੂੰ ਪਤਾ ਲੱਗੇਗਾ ਜਿਨ੍ਹਾਂ ਨੂੰ ਘਰੋਂ ਕੱਢਿਆ ਸੀ ਉਹਨਾਂ ਹੀ ਆ ਕੇ ਕੈਦ ਹੋਣੋਂ ਬਚਾਏ। ਜਾਣਾ ਕੇਸਰ ਵੀ ਚਾਹੁੰਦਾ ਸੀ, ਪਰ ਉਹ ਆਪਣਾ ਮਨ ਰੂਪ ਤੋਂ ਲੁਕਾਉਂਦਾ ਸੀ। ਸਾਲਾਂ ਦਾ ਗੁੱਸਾ ਪਿਘਲਦਾ ਪਿਘਲਦਾ ਪਾਣੀ ਬਣ ਗਿਆ ਸੀ। ਸਮਾਜੀ ਹਾਲਤ ਸਾਵੀਂ ਹੋਣ ਲਈ ਕਿਸੇ ਬਹਾਨੇ ਦੀ ਉਡੀਕ ਕਰ ਰਹੀ ਸੀ। ਦੇਖੀ ਜਾਵੇਗੀ, ਹਾਲੇ ਉਹਨਾਂ ਨੂੰ ਘੋੜੇ ਭਜਾ ਲੈਣ ਦੇ। ਨਹੀਂ, ਹੁਣ ਪੰਜਾਬ ਆਏ ਆ ਸਬੱਬ ਨਾਲ, ਫਿਰ ਕੀ ਪਤਾ ਕਿੱਥੇ ਮਨ ਚੁੱਕ ਕੇ ਮੈਂ ਬੇਜੀ ਕੋਲ ਰਹਿ ਪਵਾਂਗੀ। ਤੁਸੀਂ ਸਾਰਿਆਂ ਨੂੰ ਘਰ ਮਿਲ ਆਉਣਾ, ਨਾਲੇ ਇੰਦਰਜੀਤ ਨੂੰ ਮਿਲ ਕੇ ਉਹਨਾਂ ਦਾ ਕੰਮ ਕਰਵਾ ਦੇਣਾ। ਰੂਪ ਨੇ ਬੇਜੀ ਨੂੰ ਮਿਲਣ ਲਈ ਵੀ ਕਾਹਲੀ ਹੋਈ ਪਈ ਸੀ। ਉਹ ਚਾਹੁੰਦੀ ਸੀ ਉਹ ਵੇਲਾ ਕਿਹੜਾ ਹੋਵੇ ਜਦ ਸਮੇਰ ਤੇ ਗੁਰਮੀਤ ਨੂੰ ਬੇਜੀ ਦੀ ਗੋਦ ਵਿੱਚ ਜਾ ਦੇਵਾਂ। ਸਤਵੰਤ ਨੂੰ 2 ਕੁੜੀਆਂ ਹੋਰ ਹੋ ਚੁੱਕੀਆਂ ਸਨ ਤੇ ਮੁੰਡਾ ਕੋਈ ਨਹੀਂ ਜੰਮਿਆ ਸੀ। ਇਸ ਗੱਲ ਦਾ ਬੇਜੀ ਨੂੰ ਪੁੱਜ ਕੇ ਦੁੱਖ ਸੀ। ਜਾਂਦੇ ਤਾਂ ਰਹਾਂਗੇ, ਪੂਰਾ 100 ਹੋਰ ਪੱਟਿਆ ਜਾਵੇਗਾ। ਕੇਸਰ ਜਾਣ ਲਈ ਤਿਆਰ ਹੁੰਦਾ ਹੈ ਵੀ ਆਰਥਿਕ ਪਰਛਾਵੇਂ ਹੇਠ ਆਇਆ ਹੋਇਆ ਸੀ। ਹੁਣ ਬੈਂਕ 'ਚ ਕਿੰਨੇ ਨੇ? 225। ਛੁੱਟੀ ਕੱਟਣ ਨਾਲ 100 ਤਨਖਾਹ ਦਾ ਹੀ ਬਚ ਜਾਵੇਗਾ। ਉਹ ਇੱਕ ਪਲ ਠਹਿਰ ਕੇ ਬੋਲੀ, ਉਂਝ ਘਰ ਵੀ ਖਾਲੀ ਹੱਥ ਨਹੀਂ ਜਾਇਆ ਜਾਣਾ। ਕਿਸੇ ਨੂੰ ਕੀ ਪਤਾ ਏ ਕਿਵੇਂ ਦੋਹਾਂ ਜੀਆਂ ਮਜ਼ਦੂਰੀ ਕੀਤੀ ਏ, ਪਰ ਸਾਰਿਆਂ ਕਹਿਣਾ ਏ ਇੰਨਾਂ ਸਾਲਾਂ ਪਿੱਛੋਂ ਆਏ ਆ, ਖਾਲੀ ਤਾਂ ਨਹੀਂ ਆਏ ਹੋਣੇ। ਘਰ ਦਾ ਹਾਲ ਤੇਰੇ ਕੋਲੋਂ ਕਿਹੜਾ ਗੁੱਝਾ ਏ? ਕੇਸ ਦਾ ਫੈਸਲਾ ਹੋ ਜਾਂਦਾ ਤਾਂ ਖਬਰੇ ਪਿਛਲਾ ਬਕਾਇਆ ਹੀ ਮਿਲ ਜਾਂਦਾ। ਫਿਰ ਰੋਣਾ ਹੀ ਕਾਹਦਾ ਸੀ? ਭਾਵੇਂ ਉਹ ਕਿੰਨੇ ਔਖੇ ਸਨ, ਪਰ ਉਹਨਾਂ ਜਾਣ ਦੀ ਤਿਆਰੀ ਵਜਾ ਦਿੱਤੀ। ਪਰ ਪਿੰਡ ਨੂੰ ਖਤ ਪੱਤਰ ਕੋਈ ਨਾ ਪਾਇਆ। ਭੈਣ ਜੀ, ਰੁਪਈਏ 5 ਦੇਣੇ, ਮੈਂ ਤੁਹਾਨੂੰ ਹੁਣੇ ਤੁੜਵਾ ਕੇ ਦਿੰਦਾ ਹਾਂ। ਹਰਨੇਕ ਨੇ ਵੱਲਾ ਰੱਤੀ ਮਾਰ ਕੇ ਰੂਪ ਤੋਂ 5 ਦਾ ਨੋਟ ਹਥਿਆ ਲਿਆ ਤੇ ਸ਼ਾਮੀ ਰੁਪਈਏ ਦੇਣ ਦੀ ਥਾਂ ਉਹ ਘਰ ਪੀ ਕੇ ਆ ਗਿਆ। ਰੂਪ ਨੂੰ ਲਹਿਰੀ ਉਮਰ ਵਿੱਚ ਹੀ ਵਿਗੜੇ ਹਰਨੇਕ ਉੱਤੇ ਬੜਾ ਦੁੱਖ ਹੋਇਆ। ਉਹ ਮਸੀਂ ਰੁੜ ਖੁੜ ਕੇ 10ਵੀਂ ਤੱਕ ਆਇਆ ਸੀ ਤੇ ਪਿਛਲੇ ਸਾਲ ਫੇਲ ਵੀ ਹੋ ਗਿਆ ਸੀ। ਇਕੱਲਾ ਹੋਣ ਕਰਕੇ ਬੂੜ ਸਿੰਘ ਵੀ ਡਾਂਟ ਨਹੀਂ ਸਕਦਾ ਸੀ। ਦੂਜੇ ਸ਼ਰਾਬ ਵਰਗੀ ਧੱਤ ਉਸਦੀ ਆਪਣੀ ਦੇਣ ਸੀ। ਦਿਨੋਂ ਦਿਨ ਹਰਨੇਕ ਬਾਪ ਦੇ ਲੱਛਣਾਂ ਨੂੰ ਮਾਤ ਪਾਉਂਦਾ ਜਾ ਰਿਹਾ ਸੀ ਤੇ ਹੁਣ ਬੂੜ ਸਿੰਘ ਵਿਗੜਦੇ ਹਰਨੇਕ ਨੂੰ ਵੇਖ ਵੇਖ ਝੂਰ ਰਿਹਾ ਸੀ। ਸਵੇਰੇ ਜਦ ਉਸਨੂੰ ਹੋਸ਼ ਆਈ, ਰੂਪ ਉਸਨੂੰ ਸਮਝਾਉਣ ਲੱਗੀ। ਨੇ ਕਿਹਾ, ਤੈਨੂੰ ਪੜ੍ਹਨ ਵਾਲੇ ਨੂੰ ਕੀ ਸ਼ਰਾਬ ਆਂਦੀ ਹੈ? ਲੈ ਬੀਬੀ, ਤੁਸੀਂ ਇੰਨੇ ਵਰਿਆਂ ਪਿੱਛੋਂ ਆਏ। ਸਮੇਰ ਭਾਣਜੇ ਦੀ ਵੱਖਰੀ ਖੁਸ਼ੀ ਸੀ। ਖੁਸ਼ੀਆਂ ਇੱਕਦਮ ਇੰਨੀਆਂ ਚੜ੍ਹ ਗਈਆਂ, ਜੇ ਨਾ ਪੀਂਦਾ ਦਿਲ ਫੇਲ ਹੋ ਜਾਣ ਦਾ ਡਰ ਸੀ। ਹਰਨੇਕ ਨੇ ਰੂਪ ਨੂੰ ਗੱਲਾਂ ਦੀ ਚੱਕਰੀ ਦੇਣੀ ਚਾਹੀ। ਬੱਕਰਾ ਨਾ ਹੋਵੇ। ਮਾਲਣ ਨੇ ਵੱਟ ਕੇ ਮੁੱਕੀ ਮਾਰੀ ਤੇ ਸਾਰੇ ਹੱਸਣੋਂ ਨਾ ਰਹਿ ਸਕੇ। ਹਰਨੇਕ ਝੱਟ ਹੀ ਕੋਈ ਬਹਾਨਾ ਬਣਾ ਉੱਥੋਂ ਖਿਸ ਗਿਆ। ਮਸਾਂ 5-7 ਰੁਪਈਆਂ ਦਾ ਪੋਲ ਹੀ ਨਾ ਨੰਗਾ ਹੋ ਜਾਵੇ, ਪਰ ਇੰਨੀ ਨਿੱਕੀ ਗੱਲ ਜਗਰੂਪ ਕਦੋਂ ਕਹਿ ਸਕਦੀ ਸੀ? ਬੂੜ ਸਿੰਘ ਦੀ ਹਾਲਤ ਕਾਫੀ ਪਤਲੀ ਪੈ ਚੁੱਕੀ ਸੀ। ਉਹ 1000 ਕੁ ਰੁਪਏ ਦਾ ਕਰਜ਼ਾਈ ਹੋ ਚੁੱਕਾ ਸੀ, ਪਰ ਐਤਕੀ ਉਸ ਕੇਸਰ ਅਤੇ ਰੂਪ ਦੇ ਆਉਣ ਨੂੰ ਦਿਲੋਂ ਜੀ ਆਇਆਂ ਕਿਹਾ। ਇੱਕ ਤਾਂ ਉਹ ਬਹੁਤ ਚਿਰ ਪਿੱਛੋਂ ਆਏ ਸਨ, ਦੂਜੇ ਜਗਰੂਪ ਨੇ ਸਤਵੰਤ ਵਾਂਗ ਉਸਨੂੰ ਕੋਈ ਦੁੱਖ ਨਹੀਂ ਦਿੱਤਾ ਸੀ। ਭਾਵੇਂ ਰੂਪ ਤੇ ਕੇਸਰ ਦੀ ਸ਼ੇਰਿਆਣੀਆਂ ਨਾਲ ਵਿਗੜ ਚੁੱਕੀ ਸੀ, ਫਿਰ ਵੀ ਉਹਨਾਂ ਬੂੜ ਸਿੰਘ ਨੂੰ ਕੋਈ ਉਲਾਂਭਾ ਜਾਂ ਖੁਨਾਮੀ ਨਹੀਂ ਲੈ ਕੇ ਦਿੱਤੀ ਸੀ ਤੇ ਜਿੰਨੇ ਦਿਨ ਕੱਟੇ ਸਨ ਆਪਣੇ ਪੈਰਾਂ ਤੇ ਖਲੋ ਕੇ ਕੱਟੇ ਸਨ। ਸਾਰਿਆਂ ਤੋਂ ਵੱਧ ਖੇੜਾ ਪੈਦਾ ਕਰਨ ਵਾਲੇ ਰੂਪ ਦੇ ਫੁੱਲ ਗੁਰਮੀਤ ਤੇ ਸਮੀਰ ਸਨ, ਜਿਨ੍ਹਾਂ ਦੀ ਕੁਦਰਤੀ ਖੂਬਸੂਰਤੀ ਸਾਰੇ ਵਿਹੜੇ ਤੇ ਹਰ ਕਮਰੇ ਵਿੱਚ ਮਹਿਕ ਜਾਂਦੀ ਸੀ। ਬੱਚਿਆਂ ਦਾ ਹਾਸਾ ਜ਼ਿੰਦਗੀ ਦੇ ਪਿਆਰ ਨੂੰ ਇਸ਼ਕ ਵਿੱਚ ਬਦਲੀ ਜਾ ਰਿਹਾ ਸੀ। ਮਾਲਣ ਨੂੰ ਇਹ ਖੁਸ਼ੀ ਮਸਾਂ ਮਿਲੀ ਸੀ। ਉਹ ਦੋਹਾਂ ਬਾਲਾਂ ਨੂੰ ਗਲੋਂ ਨੂੰ ਹੀ ਲਾਉਂਦੀ ਸੀ ਤੇ ਸਦਕੇ ਵਾਰੀ ਜਾਂਦੀ ਕਮਲੀ ਹੋਈ ਪਈ ਸੀ। ਉਸਨੂੰ ਸਤਵੰਤ ਅਤੇ ਜਗਰੂਪ ਦੇ ਹੀ ਛੋਟੇ ਰੂਪ ਵਿਖਾਈ ਦਿੰਦੇ ਸਨ। ਉਹ ਆਪਣੀਆਂ ਯਾਦਾਂ ਨਾਲ ਲੰਮਾ ਸਾਹ ਭਰਦੀ, ਫਿਰ ਆਪ ਹੀ ਉਠਾਇਆ ਪਿਆਰ ਤੇ ਵਰਤਮਾਨ ਖੁਸ਼ੀ ਅੱਖਾਂ ਛਲਕਾ ਦਿੰਦੀ। ਚੂੜੀ ਪਾ ਕੇ ਉਹਨਾਂ ਦਾ ਨਿੱਕਾ ਜਿੰਨਾ ਪਾਲਿਆ ਬੂਟਾ ਹੁਣ ਕਿੰਨੀ ਵੱਡੀ ਗੁਲਜ਼ਾਰ ਬਣ ਗਿਆ ਸੀ, ਜਿਹੜਾ ਹੁਣ ਕਿਸੇ ਵੀ ਤੂਫਾਨ ਦਾ ਮੁਕਾਬਲਾ ਕਰ ਸਕਦਾ ਸੀ। ਕੇਸਰ ਨੇ ਰੂਪ ਨੂੰ ਸ਼ੇਰਿਆਣੇ ਨਾਲ ਚੱਲਣ ਲਈ ਆਖਿਆ, ਪਰ ਰੂਪ ਨੇ ਉਸਨੂੰ ਸਮਝਾ ਬੁਝਾ ਕੇ ਤੋਰ ਦਿੱਤਾ ਅਤੇ ਤਾਰੇ ਨੂੰ ਭੇਜ ਦੇਣ ਦੀ ਤਕੀਦ ਘੱਲੀ। ਤਾਰਾ ਆਪਣੇ ਕੇਸਰ ਬਾਈ ਨੂੰ ਮਿਲ ਕੇ ਨੱਚ ਉੱਠਿਆ। ਰੂਪ ਨੂੰ ਮਿਲਣ ਲਈ ਉਸ ਐਤਵਾਰ ਵੀ ਨਾ ਉਡੀਕਿਆ। ਉਸਦੀ ਭਾਬੀ ਨੇ ਉਸਨੂੰ ਬੁੱਕਲ 'ਚ ਲੈ ਕੇ ਕਿੰਨਾ ਹੀ ਚਿਰ ਕੁੱਟੀ ਰੱਖਿਆ। ਰੂਪ ਲਈ ਉਹ ਉਸਦਾ ਉਹੀ ਛੋਟਾ ਵੀਰ ਸੀ, ਜਿਹੜਾ ਬਾਤਾਂ ਸੁਣ ਸਮਿਆਂ ਕਰਦਾ ਸੀ। ਹੁਣ 9ਵੀਂ 'ਚ ਪੜ੍ਹ ਰਿਹਾ ਸੀ। ਤਾਰੂ
ਤੂੰ ਤਾਂ ਦਿਨਾਂ 'ਚ ਹੀ ਗੱਭਰੂ ਹੋ ਗਿਆ ਏ, ਤੇ ਵਹੁਟੀ ਕਿਹੋ ਜਿਹੀ ਲੈਣੀ ਏ? ਰੂਪ ਦੀ ਇੰਨੀ ਗੱਲ ਨਾਲ ਹੀ ਤਾਰਾ ਸੰਗ ਗਿਆ। ਉਹ ਸਮੇਰ ਨੂੰ ਚੁੱਕੀ ਖਲੋਤਾ ਸੀ ਤੇ ਸਮੇਰ ਬਿਨਾਂ ਝਿਜਕ ਉਸਦੇ ਮੂੰਹ ਵਿੱਚ ਉਂਗਲਾਂ ਪਾ ਰਿਹਾ ਸੀ। ਤਾਰਾ ਬਾਲ ਦੀ ਖੇਡ ਨਾਲ ਸ਼ਰਾਬੀ ਹੁੰਦਾ ਜਾ ਰਿਹਾ ਸੀ। ਹੋਰ ਸਾਰੇ ਰਾਜੀ ਖੁਸ਼ੀ ਹੈ ਤਾਰਿਆ? ਬੀਬੀ ਦਾ ਕੀ ਹਾਲ ਹੈ? ਮੁਕੱਦਮੇ ਵੇਲੇ ਤੋਂ ਇੱਥੇ ਹੀ ਹੈ, ਸਾਰੇ ਰਾਜੀ ਹਨ। ਫਿਰ ਉਹ ਇੱਕ ਵਾਰ ਵੀ ਹੀ ਮੁਸਕਾ ਪਿਆ। ਮੇਰੀ ਤੇ ਤੇਜੋ ਦੀ ਖੜਕਦੀ ਹੈ ਉਦੋਂ ਦੀ ਹੀ। ਕਿਉਂ? ਬਸ ਦਬਾ ਕੇ ਰੱਖਣਾ ਚਾਹੁੰਦੀ ਸੀ। ਮੇਰੇ ਲੀੜੇ ਧੋਂਦੀ ਵੀ ਨੁੱਕ ਬੁੱਲ ਮਾਰਦੀ ਸੀ। ਮੈਂ ਇੱਕ ਦਿਨ ਲੀੜੇ ਖੋਲ੍ਹੇ ਤੇ ਆਪ ਧੋਣ ਬਹਿ ਗਿਆ। ਤਾਰੇ 'ਚ ਅਣਖ ਦੇ ਚਿੰਨ੍ਹ ਉੱਭਰਦੇ ਆ ਰਹੇ ਸਨ। ਤਾਰਿਆ, ਕਿੱਥੋਂ ਤੱਕ ਪੜ੍ਹਨ ਦੀ ਸਲਾਹ ਹੈ? ਤਾਰੇ ਨੂੰ ਵੇਖਦਿਆਂ ਵੇਖਦਿਆਂ ਰੂਪ ਦੀ ਨਜ਼ਰ ਭਗਵੰਤ ਦੀ ਸੁਖਮਿੰਦਰ ਤੱਕ ਚਲੀ ਗਈ। ਹਾਲੇ ਕੀ ਪਤਾ ਏ ਘਰਦਿਆਂ ਦਾ? ਮੇਰਾ ਦਿਲ ਤਾਂ ਪੜ੍ਹਨ ਨੂੰ ਬਹੁਤ ਕਰਦਾ ਏ। ਪੜ੍ਹਾਈ ਛੱਡੀ ਨਾ, ਵੇਲਾ ਹੱਥ ਨਹੀਂ ਆਉਣਾ। ਉਸ 10ਵੀਂ ਨਾ ਕਰ ਸਕਣ ਤੇ ਹੀ ਝੁਰ ਉਹ ਆਪਣੇ 10ਵੀਂ ਨਾ ਕਰ ਸਕਣ ਤੇ ਹੀ ਝੂਰ ਰਹੀ ਸੀ। ਥੋੜ੍ਹੀ ਚੁੱਪ ਵਿੱਚੋਂ ਤਾਰੇ ਨੇ ਝਿਜਕਦਿਆਂ ਆਖਿਆ, ਭਾਬੀ, ਬੀਬੀਆਂ ਆਖਦੀਆਂ ਸੀ ਨਾਲ ਲੈ ਕੇ ਆਵੀਂ। ਕੋਈ ਨਹੀਂ ਤਾਰਿਆ, ਮੈਂ ਕਿਤੇ ਹੋਰ ਥਾਂ ਨਹੀਂ ਜਾਣਾ, ਹੁਣ ਨਹੀਂ ਤੇ ਫੇਰ ਆਵਾਂਗੀ। ਰੂਪ ਦਾ ਦਿਲ ਧੜਕਣ ਲੱਗ ਪਿਆ। ਉਹ ਮਨ ਹੀ ਮਨ ਵਿੱਚ ਕਹਿ ਰਹੀ ਸੀ, ਤਾਰਿਆ, ਇੰਨੀ ਬੇਇੱਜ਼ਤੀ ਨਾਲ ਦਰਕਾਰੀ ਰੂਪ ਕਿਸ ਤਰ੍ਹਾਂ ਉੱਥੇ ਜਾ ਸਕਦੀ ਹੈ? ਨਹੀਂ ਭਾਬੀ, ਤੈਨੂੰ ਚੱਲਣਾ ਤਾਂ ਚਾਹੀਦਾ। ਤਾਰੇ ਦਾ ਪਿਆਰ ਬੇਨਤੀ ਬਣਿਆ ਹੋਇਆ ਸੀ। ਰੂਪ ਸੋਚੀ ਪੈ ਗਈ। ਉਸ ਕੋਈ ਉੱਤਰ ਨਾ ਦਿੱਤਾ। ਉਹ ਕਹਿਣਾ ਚਾਹੁੰਦੀ ਸੀ, ਤੂੰ ਹਾਲੇ ਇਹਨਾਂ ਗੱਲਾਂ 'ਚ ਬਹੁਤ ਅਣਜਾਣ ਹੈ। ਮਾਮਾ ਜੀ, ਮੈਨੂੰ ਵੀ ਚੁੱਕੋ। ਗੁਰਮੀਤ ਨੇ ਤਾਰੇ ਦਾ ਹੱਥ ਹਿਲਾਇਆ। ਕਮਲੀ, ਇਹ ਚਾਚਾ ਜੀ ਹੈ ਤੇਰੇ। ਰੂਪ ਨੇ ਉਸਨੂੰ ਆਪ ਚੁੱਕ ਲਿਆ। ਛੋਟੀ ਏ, ਹੁਣ ਚੌਥਾ ਸਾਲ ਜਾਂਦਾ ਈ। ਫੇਰ ਭਾਬੀ, ਦੱਸਿਆ ਨਾ ਚੱਲਣ ਬਾਰੇ? ਬੀਬੀਆਂ ਸਮੀਰ ਹੋਰਾਂ ਨੂੰ ਵੇਖਣ ਲਈ ਵੀ ਤੰਗ ਰਹੀਆਂ ਨੇ। ਤਾਰਾ ਲੈ ਤੁਰਨ ਲਈ ਕਾਹਲਾ ਸੀ। ਤੂੰ ਇਹਨਾਂ ਨੂੰ ਲੈ ਜਾ। ਰੂਪ ਦਿਮਾਗੀ ਭਾਫ ਨੂੰ ਹਟਾ ਕੇ ਹੱਸ ਪਈ। ਫੇਰ ਉਸ ਗੰਭੀਰ ਹੁੰਦਿਆਂ ਕਿਹਾ, ਤਾਰਿਆ, ਤੂੰ ਮਜਬੂਰ ਨਾ ਕਰ। ਮੈਨੂੰ ਤੇਰੇ ਨਾਲ ਮੋਹ ਏ। ਆਪਣੇ ਮੋਹ ਦਾ ਸਦਕਾ ਮੈਨੂੰ ਉਹਨਾਂ ਦੇ ਪੈਰਾਂ ਵਿੱਚ ਨਾ ਸੁੱਟ, ਜਿਨ੍ਹਾਂ ਪੁਰਾਣੀ ਜੁੱਤੀ ਦੀ ਤਰ੍ਹਾਂ ਵਗਾਹ ਮਾਰੀ ਸੀ। ਰੂਪ ਨੇ ਅੱਖਾਂ ਪੂੰਝ ਲਈਆਂ। ਹੁਣ ਤਾਰਾ ਪਛਤਾ ਰਿਹਾ ਸੀ। ਮੈਂ ਇਹ ਗੱਲ ਹੀ ਕਾਹਨੂੰ ਤੋਰਨੀ ਸੀ। ਉਹ ਉਸੇ ਸ਼ਾਮ ਵਾਪਸ ਚਲਿਆ ਗਿਆ। ਰੂਪ ਉਸਦੇ ਜਾਣ ਦੇ ਪਿੱਛੋਂ ਕਿੰਨਾ ਹੀ ਸਮਾਂ ਸੋਚਦੀ ਰਹੀ। ਤਾਰੇ ਨੂੰ ਘਰ ਦੇ ਪਾਹ ਤੋਂ ਕਿਵੇਂ ਬਚਾਇਆ ਜਾਵੇ? ਘੱਟ ਤੋਂ ਘੱਟ ਚਿੱਠੀਆਂ ਰਾਹੀਂ ਸਮਝਾ ਕੇ ਇਸ ਨੂੰ ਪਿਆਰ ਦਾ ਅਹਿਸਾਸ ਕਰਵਾਈ ਰੱਖਣਾ ਚਾਹੀਦਾ ਹੈ। ਅਗਲੇ ਦਿਨ ਕੇਸਰ ਨਾਲ ਉਸਦੀਆਂ ਦੋਵੇਂ ਨਣਦਾਂ ਆ ਗਈਆਂ। ਰੂਪ ਨੇ ਖਿੜੇ ਚਿਹਰੇ ਨਾਲ ਸਤਿ ਸ੍ਰੀ ਅਕਾਲ ਆਖਦਿਆਂ ਦੋਨਾਂ ਦੇ ਪੈਰੀਂ ਹੱਥ ਲਾਇਆ। ਉਹਨਾਂ ਰੂਪ ਦੇ ਹੱਥ ਫੜ ਲਏ ਤੇ ਦੋਹਾਂ ਗੁਰਮੀਤ ਅਤੇ ਸਮੀਰ ਨੂੰ ਚੁੱਕ ਲਿਆ। ਉਹਨਾਂ ਦੇ ਪਿਆਰ ਦੇ ਚੁੰਮਣਾਂ ਨਾਲ ਬੱਚਿਆਂ ਦੀਆਂ ਗੱਲਾਂ ਸੂਹੀਆਂ ਕਰ ਦਿੱਤੀਆਂ। ਬੱਚੇ ਸੁਥਰੀਆਂ ਫਰਾਕਾਂ ਪਾਈ ਨਣਦਾਂ ਦੇ ਕੁੱਛੜ ਗੁਲਾਬ ਦੇ ਫੁੱਲਾਂ ਵਾਂਗ ਲਮਕ ਰਹੇ ਸਨ। ਰੂਪ ਨੇ ਸਭ ਤੋਂ ਪਹਿਲਾਂ ਮਾਂ ਜੀ ਦਾ ਅਫਸੋਸ ਕੀਤਾ। ਨਣਦਾਂ ਨੇ ਮਾਂ ਯਾਦ ਪੁਰਾਣੀ ਹੋ ਜਾਣ ਤੋਂ ਵੀ ਅੱਖਾਂ ਭਰ ਲਈਆਂ। ਸੋਗੀ ਝਾਕੀ ਨੇ ਥੋੜ੍ਹਾ ਸਮਾਂ ਸਭ ਉੱਤੇ ਚੁੱਪ ਧੂੜ ਦਿੱਤੀ। ਫਿਰ ਮਾਲਣ ਚਾਹ ਲਈ ਟਰੇ ਲੈ ਆਈ। ਚਾਹ ਪੀਣ ਪਿੱਛੋਂ ਨਣਦਾਂ ਰੂਪ ਦੇ ਛੇਰੇ ਵਾਲੇ ਜਾਣ ਦੀ ਗੱਲ ਤੋਰੀ। ਮੁਖਤਿਆਰੋਂ ਨੇ ਮਾਂ ਦੀ ਥਾਂ ਸਾਂਭਦਿਆਂ ਪਹਿਲ ਕੀਤੀ, ਸਾਨੂੰ ਰੂਪ ਤੂੰ ਹੁਣ ਮਾਫੀ ਦੇ ਤੇ ਗੁੱਸਾ ਥੁੱਕ ਤੇ ਤੁਰਨ ਵਾਲੀ ਗੱਲ ਕਰ। ਬੀਬੀ, ਜਾਣਾ ਤਾਂ ਆਖਰ ਨੂੰ ਉੱਥੇ ਹੀ ਹੈ। ਰੂਪ ਨੇ ਹੱਸ ਕੇ ਗੱਲ ਟਾਲਣੀ ਚਾਹੀ। ਅਸੀਂ ਸਵੇਰੇ ਤੈਨੂੰ ਚੁੱਕ ਕੇ ਲੈ ਜਾਣਾ ਹੈ। ਤੂੰ ਜਾਵੇਂਗੀ ਖਣੀ ਕਿਵੇਂ ਨਾ? ਰੂਪ ਗੁਰਦੇਵ ਨੇ ਮੂੰਹ ਨਾਲ ਕਿਹਾ। ਤੁਸੀਂ ਕੋਈ ਗੱਲ ਦੇ ਮਗਰ ਕਿਉਂ ਪੈ ਗਏ ਹੋ? ਅਸੀਂ ਤੁਹਾਡੇ ਸਹੁਰੀ ਜ਼ਰੂਰ ਮਿਲਣ ਆਇਆ ਕਰਾਂਗੇ। ਰੂਪ ਨੇ ਫਿਰ ਕੰਨੀ ਖਿਸਕਾਉਣੀ ਚਾਹੀ। ਤੂੰ ਆਪਣੇ ਸਹੁਰੀ ਤਾਂ ਪਹਿਲਾਂ ਚੱਲ। ਗੁਰਦੇਵ ਦੀ ਗੱਲ ਉੱਤੇ ਮਾਲਣ ਤੇ ਕੇਸਰ ਵੀ ਹੱਸ ਪਏ। ਉਹ ਮਾਲਣ ਨੂੰ ਸੰਬੋਧਨ ਕਰਦਿਆਂ ਬੋਲੀ, ਕਿਉਂ ਮਾਸੀ, ਫਿਰ ਸਾਡੀ ਸਹੁਰੀ ਵੀ ਆ ਜਾਵੀਂ। ਅੱਗੇ ਕਿਸੇ ਵਾਰ ਤਾਂ ਨਹੀਂ ਸੀ ਗੱਡੀ। ਕਿਸੇ ਨੇ ਸੱਦਿਆ ਵੀ ਕਦੋਂ ਸੀ? ਰੂਪ ਨੇ ਚੋਟ ਨੂੰ ਪ੍ਰਤੀ ਚੋਟ ਵਿੱਚ ਬਦਲ ਦਿੱਤਾ। ਬਾਬਾ ਸਾਥੋਂ ਪੈਰੀਂ ਹੱਥ ਲਵਾ ਲੈ। ਅਸੀਂ ਦੱਸਣ ਵੀ ਆਏ ਹਾਂ, ਲੈਣ ਵੀ ਆਏ ਹਾਂ ਤੇ ਲਏ ਬਿਨਾਂ ਜਾਣਾ ਵੀ ਨਹੀਂ। ਗੁਰਦੇਵ ਨੇ ਮਿੰਨਤ ਨਾਲ ਫੈਸਲਾ ਵੀ ਸੁਣਾ ਦਿੱਤਾ। ਰੂਪ ਸੋਚੀ ਪੈ ਗਈ। ਮਾਲਣ ਕਿਸੇ ਤਰ੍ਹਾਂ ਉਹਨਾਂ ਦੀ ਉਲਝਣ ਵਿੱਚ ਨਹੀਂ ਪੈਣਾ ਚਾਹੁੰਦੀ ਸੀ, ਪਰ ਉਸਦੀ ਖਾਹਿਸ਼ ਸੀ ਕਿ ਰੂਪ ਸਹੁਰੀ ਚਲੀ ਜਾਵੇ ਤਦ ਠੀਕ ਹੈ। ਕੇਸਰ ਦੀ ਦਿਲੀ ਖਾਹਿਸ਼ ਇਹੀ ਸੀ ਕਿ ਘਰ ਦੇ ਰੂਪ ਨੂੰ ਮਾਣ ਤਾਣ ਨਾਲ ਲੈ ਜਾਣ। ਉਹ ਆਪਣੀਆਂ ਭੈਣਾਂ ਨੂੰ ਸੱਚਾ ਰਹਿੰਦਾ ਵੀ ਨਾਲ ਲਿਆਉਣ ਵਿੱਚ ਕਾਮਯਾਬ ਹੋ ਗਿਆ ਸੀ। ਉਸ ਰੂਪ ਦੀ ਸੋਚ ਨੂੰ ਤੋੜਦਿਆਂ ਕਿਹਾ, ਜੇ ਤੂੰ ਨਾ ਗਈ, ਇਹਨਾਂ ਆਈਆਂ ਦਾ ਵੀ ਕੀ ਰਹੇਗਾ? ਜੇ ਤੁਹਾਨੂੰ ਮੇਰੇ ਨਾਲ ਧੂ ਕੇ ਘਰੋਂ ਸੁੱਟਿਆ ਹੁੰਦਾ, ਤੁਹਾਡੀ ਇਹ ਸਲਾਹ ਘੱਟ ਤੋਂ ਘੱਟ ਬਿਲਕੁਲ ਨਾ ਹੁੰਦੀ। ਰੂਪ ਨੇ ਅੱਖਾਂ ਮੀਟ ਲਈਆਂ, ਜਿਵੇਂ ਉਹ ਦ੍ਰਿਸ਼ ਦੇਖ ਕੇ ਸਹਾਰ ਨਹੀਂ ਸਕਦੀ ਸੀ।
ਜੇ ਇੰਨਾ ਹੀ ਗੁੱਸਾ ਸੀ ਮੈਨੂੰ ਕਾਹਤੋਂ ਭੇਜਿਆ? ਕੇਸਰ ਗੁੱਸਾ ਖਾ ਗਿਆ। ਮਾਲਣ ਨੂੰ ਮੌਕਾ ਸਾਂਭਣਾ ਹੀ ਪਿਆ। ਥੋੜਾ ਤਮਕ ਹੁੰਦਿਆਂ ਉਸ ਰੂਪ ਨੂੰ ਆਖਿਆ, ਕੁੜੀਏ, ਨਣਦਾਂ ਤੇਰੀਆਂ ਤੇਰੀ ਸੱਸ ਦੇ ਥਾਂ ਨੇ, ਜਿਵੇਂ ਵੀ ਆਖਣ ਕਰਨਾ ਹੋਵੇਗਾ। ਇਹ ਅਜਿਹਾ ਹੁਕਮ ਸੀ ਜਿਸ ਨੂੰ ਰੂਪ ਕਿਸੇ ਤਰ੍ਹਾਂ ਵੀ ਟਾਲ ਨਹੀਂ ਸੀ ਸਕਦੀ। ਵੇਖ ਭਾਬੀ, ਹੁਣ ਤੂੰ ਸਾਰਿਆਂ ਨੂੰ ਧੱਕ ਨਾ। ਮੁਖਤਿਆਰੋ ਨੇ ਰੂਪ ਦੀ ਬਾਂਹ ਫੜ ਲਈ। ਹੁਣ ਰੂਪ ਲਈ ਅੱਛਾ ਕਹੇ ਬਿਨਾਂ ਕੋਈ ਚਾਰਾ ਨਾ ਰਿਹਾ। ਰੂਪ ਦੇ ਸ਼ੇਰਿਆਣੇ ਆਉਣ ਨਾਲ ਇੱਕ ਅਸਚਰਜ ਝਾਕੀ ਪੈਦਾ ਹੋ ਗਈ। ਤੇਜੋ ਉਸ ਨੂੰ ਬਾਹਾਂ ਅੱਡ ਕੇ ਮਿਲੀ। ਰੂਪ ਨੇ ਗੁਜ਼ਰ ਚੁੱਕੀ ਮਾਂ ਜੀ ਦਾ ਅਫਸੋਸ ਤੇਜੋ ਨਾਲ ਵਟਾਇਆ। ਤੇਜੋ ਨੇ ਪਹਿਲਾਂ ਹੀ ਘਰ ਸਵਾਰ ਰੱਖਿਆ ਸੀ। ਆਂਢਣਾ ਗੁਆਂਢਣ ਨੇ ਰੂਪ ਨੂੰ ਮੁਬਾਰਕਾਂ ਤੇ ਖੇੜੇ ਨਾਲ ਲੱਦ ਦਿੱਤਾ। ਜਦੋਂ ਰੱਬ ਭਾਗ ਲਾਉਣ ਤੇ ਆਉਂਦਾ ਹੈ, ਦੇਰ ਕੀ ਲੱਗਦੀ ਹੈ? ਜਬੇ ਵਾਲੀ ਗੁਆਂਢਣ ਨੇ ਰੂਪ ਦੀ ਪਹਿਲੀ ਹਾਲਤ ਨੂੰ ਮੁੱਖ ਰੱਖਦਿਆਂ ਸੁਭਾਵਕ ਕਿਹਾ। ਸੁਮੇਰ ਤੇ ਗੁਰਮੀਤ ਵੱਲ ਵੇਖਦਿਆਂ ਭੁੱਖ ਲੈਂਦੀ ਸੀ, ਜਿਵੇਂ ਕਿਸੇ ਰਾਜ ਰਾਣੀ ਦੇ ਬੱਚੇ ਹੋਣ। ਉਹਨਾਂ ਦਾ ਵਾਹਿਆ ਸਵਾਰਿਆ ਹੁਸਨ ਬਾਤਾਂ ਪਾ ਰਿਹਾ ਸੀ। ਤਾਰਾ ਸੁਮੇਰ ਦਾ ਘੋੜਾ ਬਣਿਆ ਇੱਕ ਥਾਂ ਨਿਚਲਾ ਨਹੀਂ ਬਹਿ ਸਕਦਾ ਸੀ। ਭਾਵੇਂ ਤੇਜੋ ਨੇ ਆਪਣੇ ਗੁੱਡੂ ਨੂੰ ਵੀ ਨੁਹਾ ਧੁਆ ਛੱਡਿਆ ਸੀ, ਪਰ ਇੱਕ ਦਿਨ ਦੀ ਸਫਾਈ ਦਾ ਪਤਾ ਗੁੱਡੂ ਦੇ ਨੰਗੇ ਪੈਰਾਂ ਤੋਂ ਸਾਫ਼ ਜ਼ਾਹਰ ਹੋ ਰਿਹਾ ਸੀ। ਨਣਦਾਂ ਰੂਪ ਦੇ ਪ੍ਰਭਾਵ ਦੀਆਂ ਅਸਲੋਂ ਕਾਇਲ ਹੋ ਚੁੱਕੀਆਂ ਸਨ। ਕੇਸਰ ਨੂੰ ਦੂਜੇ ਵਿਆਹ ਲਈ ਆਖਣ ਦਾ ਕੋਈ ਸੁਪਨਾ ਵੀ ਨਹੀਂ ਲੈ ਸਕਦਾ ਸੀ। ਬੱਚਿਆਂ ਦੀ ਖੂਬਸੂਰਤ ਜੋੜੀ ਨੇ ਸਮਾਜ ਵਿੱਚ ਰੂਪ ਦਾ ਅਜਿਹਾ ਵਕਾਰ ਕਾਇਮ ਕਰ ਦਿੱਤਾ ਸੀ ਜਿਸ ਨੂੰ ਕੋਈ ਤਕੜਾ ਖੁਦਾ ਵੀ ਨਹੀਂ ਸੀ ਤੋੜ ਸਕਦਾ। ਰੂਪ ਤੇ ਕੇਸਰ ਦੀ ਜੋੜੀ ਨੂੰ ਜਿਸ ਪੁੱਤ ਘਾੜੇ ਨੇ ਘੜਿਆ ਸੀ, ਉਸ ਦੀ ਸਿਆਣਪ ਨਾਲ ਜਾਤੀ ਤਜਰਬਾ ਵੀ ਸ਼ਾਮਲ ਸੀ। ਫਿਰ ਰੂਪ ਕੇਸਰ ਨੂੰ ਨਿਰਾ ਰੂਪ ਹੋ ਕੇ ਨਹੀਂ ਮਿਲੀ ਸੀ, ਸਗੋਂ ਰੂਪ ਨੇ ਰੂਹ ਦੇ ਪਿਆਰ ਨੂੰ ਰੂਪਮਾਨ ਕਰ ਲਿਆ ਸੀ। ਰੂਪ ਕੇਸਰ ਦਾ ਸਾਕਾਰ ਹੋਇਆ ਸੁਪਨਾ ਸੀ, ਉਦੋਂ ਜਦੋਂ ਹਕੀਕਤ ਹਥਿਆਰਬੰਦ ਵੀ ਹੋਵੇ। ਕਿਸੇ ਖਿਆਲ ਦੀ ਚੁਸਤੀ ਉਸ ਨੂੰ 100 ਵਾਲ ਫਰੇਬ ਨਾਲ ਵੀ ਝੂਠੀ ਨਹੀਂ ਪਾ ਸਕਦੀ। ਰਤਨੇ ਵੀ ਰੂਪ ਦੀ ਸੁੱਖ ਸਾਂਦ ਪੁੱਛਦਿਆਂ ਬੱਚਿਆਂ ਨੂੰ ਪਿਆਰ ਦਿੱਤਾ। ਉਸ ਦੇ ਦਿਮਾਗ 'ਚ ਕੋਈ ਗੁੱਸਾ ਗਿਲਾ ਨਹੀਂ ਸੀ ਰਿਹਾ। ਉਸ ਬੋਲ ਵਿਗਾੜ ਕੋਈ ਨਹੀਂ ਕੀਤਾ ਸੀ, ਕੇਵਲ ਭੁਲੇਖੇ 'ਚ ਪਿਓ ਦੀ ਵਾਰ ਕਰਵਾਈ ਸੀ। ਇਹ ਉਸ ਦੇ ਭੋਲੇ ਸੁਭਾਅ ਦੀ ਇੰਤਹਾ ਸੀ ਕਿ ਉਸ ਨੂੰ ਤੇਜੋ ਬਾਰੇ ਕਦੇ ਸ਼ੱਕ ਵੀ ਨਹੀਂ ਪੈਦਾ ਹੋਈ ਸੀ। ਉਹ ਕਿਸੇ ਤਰ੍ਹਾਂ ਦਾ ਗੈਰ ਕੁਦਰਤੀ ਖਿਆਲ ਵੀ ਦਿਮਾਗ ਵਿੱਚ ਨਹੀਂ ਲਿਆ ਸਕਦਾ ਸੀ। ਦੁੱਲਾ ਸਿੰਘ ਨੇ ਬੱਚਿਆਂ ਨੂੰ ਓਪਰੇ ਮਨ ਨਾਲ ਪਿਆਰ ਦਿੱਤਾ, ਪਰ ਰੂਪ ਦਾ ਸਿਰ ਨਾ ਪਲੋਸਿਆ। ਉਸ ਦੇ ਚੀੜੇ ਮਨ 'ਚੋਂ ਖੁੰਦਕ ਨਹੀਂ ਗਈ ਸੀ। ਰੂਪ ਆਪੂ ਨਹੀਂ ਚਾਹੁੰਦੀ ਸੀ ਉਸ ਦਾ ਗੰਦਾ ਹੱਥ ਉਸ ਦੇ ਸਿਰ ਨੂੰ ਛੋਹੇ ਤੇ ਕਿਸੇ ਤਰ੍ਹਾਂ ਦੀ ਆਸ਼ੀਰਵਾਦ ਰੂਹ ਨੂੰ ਕਤਲ ਕਰੇ। ਨਵੇਂ ਪਰਿਵਾਰ ਦੇ ਆ ਜਾਣ ਨਾਲ ਘਰ ਦੀ ਰੂਹ ਜਵਾਨ ਹੋ ਗਈ ਪ੍ਰਤੀਤ ਹੁੰਦੀ ਸੀ। ਰੌਣਕ ਨਾਲ ਸਫਾਈ ਵੱਧ ਗਈ। ਰੂਪ ਆਪਣੇ ਚੁਬਾਰੇ ਚੜ੍ਹੀ। ਘਰ ਨਾਲ ਸਾਰਾ ਹੀ ਪਿੰਡ ਉਸ ਨੂੰ ਫਿਰ ਚੰਗਾ ਲੱਗਣ ਲੱਗ ਪਿਆ। ਬੀਤ ਚੁੱਕੇ ਨੂੰ ਗਲਤ ਸਮਝ ਕੇ ਭੁਲਾਉਣ ਦਾ ਯਤਨ ਕੀਤਾ। ਰੂਪ ਨੇ ਆਪਣੇ ਹਾਣੀ ਦੀ ਸਹਾਇਤਾ ਨਾਲ ਜ਼ਿੰਦਗੀ ਨੂੰ ਆਕੜ ਕੇ ਬੜੀ ਅਣਖ ਨਾਲ ਜਿੱਤਿਆ ਸੀ। ਇਸ ਜਿੱਤ ਨਾਲ ਉਸ ਦਾ ਮਾਣ ਹੁਸਨ ਸੁਗੰਧੀ ਬਣ ਕੇ ਪਿੰਡ ਵਿੱਚ ਖਿਲਰ ਗਿਆ। ਕਈ ਦਿਨ ਗਲੀ ਮੁਹੱਲੇ 'ਚ ਉਸ ਦੇ ਸਚਿਆਰ ਦੀਆਂ ਗੱਲਾਂ ਛਿੜੀਆਂ ਰਹੀਆਂ। ਰੂਪ ਅਤੇ ਕੇਸਰ ਦੇ ਆ ਜਾਣ ਨਾਲ ਦੁੱਲਾ ਸਿੰਘ ਝੰਮਿਆ ਫਿਰ ਰਹਿੰਦਾ ਸੀ। ਵਾਹ ਲੱਗਦੀ ਉਹ ਘੱਟ ਹੀ ਆਉਂਦਾ ਸੀ ਤੇ ਹਵੇਲੀ ਜਾਂ ਧਰਮਸ਼ਾਲਾ ਹੀ ਦਿਨ ਗੁਜ਼ਾਰਦਾ। ਉਸ ਦਾ ਦਿਲ ਕੇਸਰ ਉੱਤੇ ਅੰਦਰੋਂ ਹਾਲੇ ਵੀ ਖਿੱਚਦਾ ਸੀ, ਪਰ ਕਰ ਉਹ ਕੁਝ ਨਹੀਂ ਸਕਿਆ ਸੀ। ਹੁਣ ਮੁਕੱਦਮੇ ਵਿੱਚ ਉਸ ਦੀ ਸਹਾਇਤਾ ਲਈ ਇੰਨਾ ਨੀਵਾਂ ਹੋ ਗਿਆ ਸੀ ਕਿ ਕੁੜੀਆਂ ਤੋਂ ਚਿੱਠੀ ਲਿਖਵਾ ਕੇ ਉਸ ਅਡੰਬਰ ਰਚ ਲਿਆ। ਪਰ ਕੇਸਰ ਦਾ ਮਨ ਪਹਿਲਾਂ ਵਰਗਾ ਕਰੜਾ ਨਹੀਂ ਰਿਹਾ ਸੀ। ਉਹ ਬਾਪੂ ਨੂੰ ਬੁਲਾ ਲਿਆ ਕਰਦਾ। ਕੇਸਰ ਇੰਦਰਜੀਤ ਨੂੰ ਉਸ ਦੇ ਪਿੰਡ ਲੈ ਆਇਆ ਤੇ ਉਸ ਕੋਲੋਂ ਮੁਕੱਦਮਾ ਸੂਤ ਕਰਵਾ ਲਿਆ। ਮੈਜਿਸਟ੍ਰੇਟ ਨੇ ਦੁੱਲਾ ਸਿੰਘ ਅਤੇ ਰਤਨੇ ਨੂੰ ਸਾਲ ਭਰ ਲਈ ਹਜ਼ਾਰ ਦੀਆਂ ਜ਼ਮਾਨਤਾਂ ਲੈ ਕੇ ਬਰੀ ਕਰ ਦਿੱਤਾ। ਇਹ ਸੀ 5ਵਾਂ ਕਾਂਡ ਨਾਵਲ ਰੂਪਤਾਰਾ ਦਾ।